ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਅੰਮ੍ਰਿਤ ਨਾਮ ਮਹਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ। ਸਾਧ ਸੰਗਤ ਮਿਲ ਕੀਨੋ ਦਾਨ। ਵਾਹਿਗੁਰੂ। ਸਰਨ ਪਰੇ ਪ੍ਰਭ ਅੰਤਰ ਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਸਰਨ ਪਰੇ ਪ੍ਰਭ ਅੰਤਰ ਜਾਮੀ। ਨਾਨਕ ਓਟ ਪਕਰੀ ਪ੍ਰਭ ਸੁਆਮੀ। ਦੇਨਹਾਰ ਪ੍ਰਭ ਛੋੜ ਕੇ ਲਾਗੈ ਆਨ ਸੁਆ। ਨਾਨਕ ਕਹੂ ਨਾ ਬਿਨ ਨਾਵੈ ਪਤ ਜਾਏ। ਦੀਨ ਦਰਦ ਦੁਖ ਭੰਜ ਕਾਟ ਕਾਟ ਨਾਥ ਅਨਾਥ। ਸਰਨ ਤੁਮਾਰੀ ਆਏ ਨਾਨਕ ਕੇ ਪ੍ਰਭ ਸਾਥ। ਪੂਰਾ ਪ੍ਰਭ ਆਰਾਧ ਪੂਰਾ ਜਾ ਕਾ। ਨਾਨਕ ਪੂਰਾ ਪਾਇਆ ਪੂਰੇ ਕੇ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਤਿਸ ਕੈ ਸੰਗ ਸਿਖ ਉਦਰੈ। ਨਾਨਕ ਹਰਿ ਗੁਣ ਸੁਕਾਉ ਹੋਟਲ ਗੁਰ ਸੇਵੀਐ। ਐਨਿਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ। ਜਨਮ ਮਰਨ ਹੋਵੈ ਸਿਫਤ ਖਸਮ ਦੀ। ਨੂਰ ਅਰਸਾਂ ਪਰਸਾਂ ਤੁਧ ਡਿਠੇ ਸਚੇ ਪਾਤਿਸ਼ਾਹ। ਮਲ ਜਨਮ ਜਨਮ ਤੁਧ ਡਿਠੇ ਸਚੇ ਪਾਤਿਸ਼ਾਹ। ਮਲ ਜਨਮ ਜਨਮ ਕਟਿਐ। ਆਦੋਏ ਭਰਮ ਭੁਲਾਣੀਆਂ ਦੂਜਾ ਲਗਾ ਹੇਤ। ਲਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨ ਸਸੀ ਤਿਸ ਵੇਲੇ ਕਹਿ ਪ੍ਰੇਤ। ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲਗਾ ਹੇਤ। ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਮਹਾਰਾਜ ਸਾਹਿਬ ਜੀਆਂ ਨੇ ਜਿੱਥੇ ਸਤ ਸੰਗਤ ਦਾ ਇਹ ਸਮਾਂ ਬਖਸ਼ਿਆ ਹੈ, ਉੱਥੇ ਨਾਲ ਨਾਲ ਅੱਜ ਭਾਦਰੋਂ ਦਾ ਜੋ ਮਹੀਨਾ ਹੈ ਉਹ ਸੰਗਰਾਂਦ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋ ਰਿਹਾ ਹੈ।
ਸੰਗਰਾਂਦ ਤੋਂ ਭਾਵ ਹੈ ਸੰਕਰਾਂਤ। ਕੁਝ ਸ਼ਬਦ ਐਸੇ ਹੁੰਦੇ ਜਿਹੜੇ ਸਮਾਂ ਪਾ ਕੇ ਜਾਂ ਦੂਸਰੀ ਬੋਲੀ ਵਿੱਚ ਜਾ ਕੇ ਥੋੜ੍ਹਾ ਬਦਲ ਜਾਂਦੇ। ਸੰਕਰਾਂਤ ਤੋਂ ਭਾਵ ਹੁੰਦਾ ਹੈ ਸਮੇਂ ਦੇ ਵਿੱਚ ਤਬਦੀਲੀ ਆ ਜਾਣੀ, ਸਮਾਂ ਬਦਲ ਜਾਣਾ, ਦਿਨਾਂ ਦਾ ਵੱਡੇ ਛੋਟੇ ਹੋਣਾ, ਠੰਡ ਗਰਮੀ ਆਉਣੀ, ਪੱਤ ਝੜ ਬਸੰਤ ਆਉਣੀ। ਜਿਵੇਂ ਜਿਵੇਂ ਸਮੇਂ ਵਿੱਚ ਤਬਦੀਲੀ ਆਉਂਦੀ ਹੈ ਉਵੇਂ ਉਵੇਂ ਮੌਸਮ ਬਦਲਦਾ ਹੈ। ਬਦਲਦੇ ਮੌਸਮ ਨੂੰ ਮੁੱਖ ਰੱਖਦਿਆਂ, ਰੁੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਬਚਨ ਆ ਗਿਆ ਸੰਕਰਾਂਤ, ਸਮੇਂ ਦੇ ਵਿੱਚ ਤਬਦੀਲੀ। ਸੰਕਰਾਂਤ ਤੋਂ ਭਾਵ ਆਪਾਂ ਕਹਿ ਦਿੰਦੇ ਹਾਂ ਸੰਗਰਾਂਦ ਆਈ ਹੈ। ਸੋ ਅੱਜ ਭਾਦਰੋਂ ਦਾ ਮਹੀਨਾ ਜਿਹੜਾ ਪ੍ਰਾਪਤ ਹੋਇਆ, ਭਾ ਦੁਏ ਲਿਖਿਆ ਮਹਾਰਾਜ ਨੇ। ਭਾ ਦੁਏ, ਦੁਏ ਤੋਂ ਭਾਵ ਹੁੰਦਾ ਦੋ ਰਾਹ। ਦੋ ਰਾਹ ਕੀ ਹੈ? ਕਦੇ ਝੱਟ ਬੱਦਲ ਬਣ ਜਾਂਦਾ ਹੈ, ਕਦੇ ਧੁੱਪ ਲੱਗ ਜਾਂਦੀ ਹੈ। ਇਹ ਮਹੀਨਾ ਇਹੋ ਜਿਹਾ ਹੈ, ਕੋਈ ਪਤਾ ਨਹੀਂ ਲੱਗਦਾ ਕਦੋਂ ਧੁੱਪ ਲੱਗੀ ਹੈ, ਨਾਲ ਹੀ ਬੱਦਲ ਆ ਗਿਆ, ਮੀਂਹ ਪੈ ਗਿਆ, ਨਾਲ ਹੀ ਫਿਰ ਧੁੱਪ ਲੱਗ ਗਈ ਹੈ। ਦੋ ਤਰ੍ਹਾਂ ਦਾ ਮੌਸਮ ਚੱਲਦਾ ਪਿਆ। ਹੁਣੇ ਘੁੱਟ ਲੱਗਾ ਹੋਇਆ, ਕਿਸੇ ਪਾਸੇ ਪਤਾ ਨਹੀਂ ਹਿਲਦਾ, ਬੜੀ ਤਪਸ਼ ਪੈ ਰਹੀ ਹੈ, ਸਾਹ ਨਹੀਂ ਆਉਂਦਾ ਪਿਆ। ਕੁਝ ਮਿੰਟਾਂ ਬਾਅਦ ਹੀ ਠੰਡੀ ਹਵਾ ਚੱਲਣ ਲੱਗ ਪਈ ਹੈ। ਜਿਸ ਤਰ੍ਹਾਂ ਹਾੜ ਦੇ ਮਹੀਨੇ ਵਿੱਚ ਗਰਮੀ ਪੈਂਦੀ ਹੈ, ਉਦੋਂ ਹਵਾ ਦੇ ਵਿੱਚ ਨਮੀ ਨਹੀਂ ਹੈ, ਸੋਕਾ ਹੈ। ਪਰ ਇਸ ਮਹੀਨੇ ਦੇ ਵਿੱਚ ਹਵਾ ਵਿੱਚ ਨਮੀ ਹੈ, ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਸੁਭਾਅ ਦੇ ਵਿੱਚ ਤਬਦੀਲੀ ਆ ਜਾਂਦੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਮੁੱਖ ਗੱਲ ਇਹ ਹੈ, ਇਸ ਨੂੰ ਕਹਿੰਦੇ ਭਾ ਦੁਏ, ਦੋ ਰਾਹ। ਦੋ ਤਰ੍ਹਾਂ ਦੀਆਂ ਗੱਲਾਂ ਨਾਲ ਨਾਲ ਚੱਲਣੀਆਂ, ਧੁੱਪ ਨਾਲ ਛਾਂ, ਗਰਮੀ ਨਾਲ ਮੀਂਹ। ਜੇ ਹਵਾ ਨਹੀਂ ਚੱਲਦੀ ਹੈ ਤਾਂ ਉਹਦੇ ਨਾਲ ਹਵਾ ਚੱਲਦੀ ਪਈ। ਇਸ ਤਰ੍ਹਾਂ ਦਾ ਇਹ ਮਹੀਨਾ ਹੈ ਜਿਸ ਨੂੰ ਭਾਦਰੋਂ ਆਖਿਆ ਜਾਂਦਾ ਹੈ। ਗੁਰੂ ਪਾਤਸ਼ਾਹ ਜੀਆਂ ਨੇ ਇਸ ਮਹੀਨੇ ਵਿੱਚ ਕੀ ਉਪਦੇਸ਼ ਸਰਵਣ ਕੀਤਾ, ਕੀ ਬਖਸ਼ਿਸ਼ ਕੀਤਾ, ਉਹ ਉਪਦੇਸ਼ ਆਪਾਂ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਿਨਾਮ ਵਾਹਿਗੁਰੂ ਸਾਹਿਬ ਜੀ। ਆ ਦੋਏ ਭਰਮ ਭੁਲਾਣੀਆਂ ਦੂਜਾ। ਸਤਿਗੁਰੂ ਬਖਸ਼ਿਸ਼ ਕਰਦੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਇਹ ਬਾਣੀ ਹੈ। ਜਿਸ ਤਰ੍ਹਾਂ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਆ ਕੇ ਬੈਠੇ ਹੋ, ਬਾਣੀ ਸਰਵਣ ਕਰਦੇ ਪਏ, ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਇਸੇ ਤਰ੍ਹਾਂ ਸੰਗਤ ਨੇ ਆ ਕੇ ਆਖਿਆ, ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਇਹ ਜਿਹੜੇ 12 ਮਹੀਨੇ ਨੇ ਇਹਨਾਂ ਦਾ ਨਾਮ ਸੁਣਨਾ ਬੜਾ ਚੰਗਾ ਸਮਝਿਆ ਜਾਂਦਾ। ਨਾਮ ਸੁਣ ਲਈਏ, ਉਹਦਾ ਮਹਾਤਮ ਚੰਗਾ ਸਮਝਿਆ ਜਾਂਦਾ ਹੈ। ਆਪ ਜੀ ਮਹੀਨਿਆਂ ਦਾ ਨਾਮ ਉਚਾਰਨ ਕਰਦੇ ਹੋ, ਬੜਾ ਸੌਖਾ ਉਪਦੇਸ਼ ਹੋਵੇ ਜੋ ਅਸੀਂ ਘਰ ਵਿੱਚ ਬੈਠੇ ਬਾਣੀ ਪੜ੍ਹ ਲਈਏ, ਸਾਨੂੰ ਮਹੀਨੇ ਦਾ ਫਲਾ ਉਪਦੇਸ਼ ਮਿਲੇ। ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਚਨ ਸੁਣ ਕੇ ਸ੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਇਸ ਬਾਣੀ ਨੂੰ ਉਚਾਰਿਆ ਹੈ। ਇਹ ਬਾਣੀ ਦੀ ਉਥਾਨਕਾ ਹੈ ਕਿ ਬਾਣੀ ਦੀ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਤਾ ਹੋਵੇ ਵੀ ਇਹ ਬਾਣੀ ਕਿੱਥੇ ਉਚਾਰੀ ਗਈ ਹੈ। ਇਹ ਬਾਣੀ ਉਚਾਰੀ ਗਈ ਹੈ ਅੰਮ੍ਰਿਤਸਰ ਦੀ ਧਰਤੀ 'ਤੇ। ਜਿਸ ਅੰਮ੍ਰਿਤ ਸਰੋਵਰ ਦੀਆਂ ਆਪ ਸੰਗਤਾਂ ਪਰਿਕਰਮਾ ਕਰਦੇ ਹੋ, ਅੰਮ੍ਰਿਤਸਰ ਦੀ ਧਰਤੀ 'ਤੇ ਜਾ ਕੇ ਉਸ ਦੇ ਕੰਢੇ ਦੇ ਉੱਪਰ ਬਣਿਆ ਹੋਇਆ ਸਥਾਨ ਮੰਜੀ ਸਾਹਿਬ, ਉੱਥੇ ਮਹਾਰਾਜ ਬੈਠੇ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਬਾਣੀ ਉਚਾਰਦੇ ਪਏ। ਬਾਣੀ ਦਾ ਨਾਮ ਮਹਾਰਾਜ ਨੇ 12 ਮਾਹ ਰੱਖਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 133 ਅੰਗ ਦੇ ਉੱਪਰ ਇਹ ਬਾਣੀ ਮਹਾਰਾਜ ਨੇ ਦਰਜ ਕੀਤੀ ਹੈ। ਬਖਸ਼ਿਸ਼ ਕਰਦੇ ਹਨ। ਆ ਦੋਏ ਭਰਮ ਭੁਲਾਣੀਆਂ। ਮਹਾਰਾਜ ਕਹਿਣ ਲੱਗੇ ਇਹ ਭਾਦਰੋਂ ਦੇ ਮਹੀਨੇ ਵਿੱਚ ਦੁਨੀਆ ਦੇ ਲੋਕ ਭਰਮ ਦੇ ਵਿੱਚ ਭੁੱਲੇ ਹੋਏ ਨੇ। ਭਰਮ ਪਿਆ ਹੋਇਆ ਹੈ। ਭਰਮ ਕਹਿ ਦਈਏ ਐਸਾ ਭੁਲੇਖਾ ਪੈ ਗਿਆ ਹੈ। ਇਹ ਜਗ ਧੂਏ ਕਾ ਪਹਾੜ, ਇਹ ਸੰਸਾਰ ਹੈ
ਜਿਵੇਂ ਧੂਆਂ ਆਕਾਸ਼ ਨੂੰ ਚੜ੍ਹੇ ਤੇ ਇੱਕ ਪਹਾੜ ਬਣ ਜਾਂਦਾ ਨਾ, ਜਾਂ ਨਿੱਕਾ ਜਿਹਾ ਬੱਦਲ ਆ ਜਾਵੇ ਤੇ ਇਸ ਤਰ੍ਹਾਂ ਲੱਗਦਾ ਵੀ ਵੱਡਾ ਪਹਾੜ, ਵੱਡਾ ਬੱਦਲ ਆ ਗਿਆ, ਹੁਣ ਤੇ ਧੁੱਪ ਨਿਕਲਣੀ ਨਹੀਂ ਹੈ, ਹੁਣ ਤੇ ਛਾਂ ਹੀ ਰਹਿਣੀ ਹੈ। ਪਰ ਉਹ ਸਾਡੇ ਮਨ ਦਾ ਭੁਲੇਖਾ ਹੁੰਦਾ ਹੈ। ਨਿੱਕੀ ਜਿਹੀ ਬਦਲੀ ਜਾਂ ਧੂਏ ਦਾ ਬਣਿਆ ਪਹਾੜ ਬਹੁਤਾ ਸਮਾਂ ਧੁੱਪ ਨੂੰ ਰੋਕ ਕੇ ਨਹੀਂ ਰੱਖੇਗਾ, ਧੁੱਪ ਧਰਤੀ ਤੇ ਆਉਣੀ ਹੈ। ਮਹਾਰਾਜ ਕਹਿਣ ਲੱਗੇ ਬਿਲਕੁਲ ਸੰਸਾਰ ਜਿਹੜਾ ਹੈ ਇਹ ਉਸ ਧੂਏ ਦੇ ਪਹਾੜ ਵਾਂਗ ਹੈ, ਕੁਝ ਹੋਰ ਹੈ, ਪਰ ਐ ਜੀਵ ਤੂੰ ਇਸ ਦਾ ਕੁਝ ਅੰਦਾਜ਼ਾ ਹੋਰ ਹੀ ਲਾ ਕੇ ਬੈਠ ਗਿਆ ਹੈ। ਇੱਥੇ ਆ ਕੇ ਭਰਮ ਦੇ ਵਿੱਚ ਭੁੱਲ ਗਿਆ ਹੈ। ਆਇਆ ਤੇ ਸੀ ਆਇਓ ਸੁਣਨ ਪੜਨ ਕੋ ਬਾਣੀ। ਦੁਨੀਆ ਵਿੱਚ ਆਇਆ, ਰੱਬ ਦੇ ਨਾਲ ਇਹ ਵਾਅਦਾ ਕਰਕੇ ਆਇਆ, ਪਰਮਾਤਮਾ ਮੈਨੂੰ ਜਨਮ ਦੇ, ਮੈਂ ਦੁਨੀਆ ਤੇ ਜਾ ਕੇ ਤੇਰਾ ਨਾਮ ਜਪਾਂਗਾ। ਜਦੋਂ ਜਨਮ ਲੈ ਕੇ ਦੁਨੀਆ ਤੇ ਆਇਆ, ਮਹਾਰਾਜ ਕਹਿਣ ਲੱਗੇ ਲਿਵ ਛੁਡਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਦੁਨੀਆ ਤੇ ਆਉਂਦਿਆਂ ਨਾਲ ਇਹੋ ਜਿਹਾ ਮਾਇਆ ਦਾ ਹੁਕਮ ਵਾਪਰਿਆ, ਪਰਮਾਤਮਾ ਦੇ ਨਾਲ ਕੀਤਾ ਹੋਇਆ ਕੌਲ ਕਰਾਰ ਵਾਅਦਾ ਉਸ ਵੇਲੇ ਭੁੱਲ ਗਿਆ। ਕੌਣ ਪਰਮਾਤਮਾ ਤੇ ਕਿਹੜਾ ਨਾਮ? ਇਹੋ ਜਿਹਾ ਰੱਬ ਨੂੰ ਭੁੱਲਿਆ। ਜਨਮ ਲੈਂਦਿਆਂ ਹੀ ਸਾਰੀ ਉਮਰ ਕਦੇ ਉਹ ਰੱਬ ਯਾਦ ਹੀ ਨਹੀਂ ਆਇਆ। ਆਇਓ ਸੁਣਨ ਪੜਨ ਕੋ ਬਾਣੀ। ਦੁਨੀਆ ਤੇ ਆਇਆ ਨਾਮ ਜਪਣ ਵਾਸਤੇ, ਦੁਨੀਆ ਤੇ ਰੱਬ ਭੁੱਲ ਗਿਆ। ਇਹ ਹੈ ਭਰਮ ਭੁਲਾਣੀਆਂ। ਇਹ ਲੱਗਾ ਭਰਮ ਕਿ ਮੈਂ ਦੁਨੀਆ ਵਿੱਚ ਸਦਾ ਰਹਿਣਾ ਹੈ, ਐਸੇ ਭਰਮ ਦੇ ਵਿੱਚ ਭੁੱਲਿਆ। ਮਹਾਰਾਜ ਕਹਿਣ ਲੱਗੇ ਭਰਮੇ ਸੁਰ ਨਰ ਦੇਵੀ ਦੇਵਾ। ਵੱਡੇ ਵੱਡੇ ਪੈਗੰਬਰ ਵੀ ਇਸ ਭਰਮ ਦੇ ਵਿੱਚ ਭੁੱਲੇ ਹੋਏ ਹਨ। ਦੋਏ ਭਰਮ ਭੁਲਾਣੀਆਂ ਦੂਜਾ ਲੱਗਾ ਹੇਤ। ਕਿਉਂਕਿ ਇਹਦਾ ਹੇਤ ਜਿਹੜਾ ਮੋਹ ਹੈ ਨਾ, ਇਹ ਰੱਬ ਨੂੰ ਛੱਡ ਕੇ ਦੂਜੇ ਤੀਜਿਆਂ ਨਾਲ ਲੱਗ ਗਿਆ ਹੈ। ਚਾਹੀਦਾ ਤੇ ਸੀ ਪਰਮਾਤਮਾ ਦੇ ਨਾਲ ਪ੍ਰੇਮ ਕਰਨਾ, ਪਰ ਪਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਦੁਨੀਆ ਦੇ ਪ੍ਰੇਮ ਦੇ ਵਿੱਚ ਪੈ ਗਿਆ, ਦੁਨੀਆ ਦੇ ਪਦਾਰਥਾਂ ਵਿੱਚ ਪੈ ਗਿਆ ਹੈ। ਲੱਖ ਸ਼ਿੰਗਾਰ ਬਣਾਇਆ। ਇਹ ਜਿਹੜੇ ਸ਼ਿੰਗਾਰ ਨੇ, ਸ਼ਿੰਗਾਰ ਕੀ ਹੈ? ਜਾਪ ਕਰਨਾ, ਤਪ ਕਰਨਾ, ਪੂਜਾ ਕਰਨੀ, ਬ੍ਰਤ ਰੱਖਣਾ, ਤੀਰਥ ਯਾਤਰਾ ਕਰਨੀ। ਇਹ ਸ਼ਿੰਗਾਰ ਕਰਨ ਕੀਤੇ ਰੱਬ ਨੂੰ ਮਿਲਣ ਵਾਸਤੇ, ਪਰ ਇਹ ਸ਼ਿੰਗਾਰ ਵੀ ਇਸ ਬੰਦੇ ਦੇ ਨਿਸਫਲ ਚਲੇ ਗਏ। ਨਿਸਫਲ ਤਾਂ ਗਏ ਕਿਉਂਕਿ ਜਪ ਤਾਂ ਕਰਕੇ ਹੰਕਾਰ ਕਰ ਲੈਂਦਾ ਹੈ, ਤਪ ਕਰਕੇ ਵੀ ਹੰਕਾਰ ਕਰਦਾ। ਇੱਕ ਦੇਸ਼ ਦੇ ਵਿੱਚ ਨਾ ਇੱਕ ਮਹਾਤਮਾ ਰਹਿੰਦਾ, ਇੱਕ ਸਾਧੂ ਰਹਿੰਦਾ। ਉਹ 6 ਮਹੀਨੇ ਗੁਫਾ ਦੇ ਵਿੱਚ ਬੈਠਾ ਰਹਿੰਦਾ। 6 ਮਹੀਨੇ ਗੁਫਾ ਵਿੱਚ ਬੈਠਦਾ, ਬਾਹਰ ਨਹੀਂ ਨਿਕਲਦਾ। ਨਾ ਹੀ ਉਹਦੀ ਗੁਫਾ ਵਿੱਚ ਜਾਣ ਨੂੰ ਕਿਸੇ ਨੂੰ ਹੁਕਮ ਹੈ। ਕੋਈ ਵੀ ਉਹਦੀ ਗੁਫਾ 'ਚ ਜਾ ਵੀ ਨਹੀਂ ਸਕਦਾ। ਨਾ ਉਹ ਪ੍ਰਸ਼ਾਦਾ ਛਕਦਾ ਹੈ, ਨਾ ਉਹ ਪਾਣੀ ਪੀਂਦਾ, ਨਾ ਉਹ ਫਲ ਛਕਦਾ। 6 ਮਹੀਨੇ ਚੌਂਕੜਾ ਲਾ ਕੇ ਬੈਠਾ ਰਹਿੰਦਾ, ਜਪ ਕਰਦਾ ਰਹਿੰਦਾ। ਤੇ ਜਦੋਂ 6 ਮਹੀਨਿਆਂ ਬਾਅਦ ਬਾਹਰ ਨਿਕਲਦਾ ਹੈ ਨਾ, ਦੇਸ਼ ਦਾ ਰਾਜਾ ਆਪ ਆਉਂਦਾ, ਨਾਲ ਢੋਲ ਵਜਾਉਣ ਵਾਲੇ, ਨਾਲ ਜੈ ਜੈਕਾਰ ਕਰਨ ਵਾਲੇ ਲੈ ਕੇ ਆਉਂਦਾ। ਸ਼ਹਿਰ ਦੇ ਸਾਰੇ ਲੋਕ ਆਉਂਦੇ ਫੁੱਲਾਂ ਦੇ ਹਾਰ ਲੈ ਲੈ ਕੇ, ਫੁੱਲਾਂ ਦੀ ਵਰਖਾ ਕਰਨ ਵਾਸਤੇ। ਸਾਧੂ ਗੁਫਾ ਚੋਂ ਬਾਹਰ ਨਿਕਲਦਾ, ਬੜਾ ਮਾਣ ਸਨਮਾਨ ਮਿਲਦਾ, ਬੜੀ ਵਡਿਆਈ ਮਿਲਦੀ, ਬੜੀ ਇੱਜ਼ਤ ਮਿਲਦੀ ਹੈ। ਲੋਕ ਬੜਾ ਸਤਿਕਾਰ ਕਰਦੇ ਵੀ ਇਹ 6 ਮਹੀਨੇ ਗੁਫਾ ਵਿੱਚ ਬੈਠਦਾ ਹੈ, ਇਹ ਪ੍ਰਸ਼ਾਦਾ ਨਹੀਂ ਛਕਦਾ, ਇਹ ਪਾਣੀ ਨਹੀਂ ਪੀਂਦਾ, ਇਹ ਫਲ ਫਰੂਟ ਵੀ ਨਹੀਂ ਛਕਦਾ, ਇਹ ਬੜਾ ਜਪੀ ਹੈ, ਬੜਾ ਤਪੀ ਹੈ। ਜਿਹਨੇ ਇਸ ਤਰ੍ਹਾਂ ਦਾ ਤਪ ਕੀਤਾ, ਜੈ ਜੈਕਾਰ ਤੇ ਬਣਦੀ ਹੈ। ਇਲਾਕੇ ਵਿੱਚ ਮਾਣ ਵਡਿਆਈ ਵੀ ਬੜੀ ਹੈ। ਇਸ ਰਾਜੇ ਦੇ ਕੋਲ ਇੱਕ ਪੂਰਨ ਮਹਾਤਮਾ ਆ ਗਿਆ। ਕੋਈ ਲੰਘੇ ਜਾ ਰਹੇ ਸਨ ਰਸਤੇ ਤੋਂ, ਰਾਜੇ ਨੇ ਉਹ ਮਹਾਤਮਾ ਦੀ ਸੇਵਾ ਕੀਤੀ ਤੇ ਨਾਲ ਹੀ ਉਹ ਜਿਹੜਾ ਮਹਾਤਮਾ ਗੁਫਾ ਦੇ ਵਿੱਚ ਤਪ ਕਰਦਾ ਸੀ ਨਾ, ਉਹਦੀ ਵਡਿਆਈ ਕੀਤੀ। ਕਹਿਣ ਲੱਗੇ ਵੀ ਤੁਸੀਂ ਵੀ ਸੰਤ ਤੇ ਬੜੇ ਵੱਡੇ ਹੋਵੋਗੇ, ਪਰ ਸਾਡੇ ਵੀ ਇਲਾਕੇ ਦੇ ਵਿੱਚ ਇੱਕ ਸੰਤ ਰਹਿੰਦਾ, ਉਹ 6 ਮਹੀਨੇ ਗੁਫਾ ਵਿੱਚ ਬੈਠਾ ਰਹਿੰਦਾ ਹੈ। ਉਹ ਪ੍ਰਸ਼ਾਦਾ ਨਹੀਂ ਛਕਦਾ, ਉਹ ਪਾਣੀ ਨਹੀਂ ਪੀਂਦਾ। ਅਸੀਂ ਤੇ ਹੈਰਾਨ ਹਾਂ ਵੀ ਉਹ ਭੋਜਨ ਕਾਹਦਾ ਕਰਦਾ ਹੈ, ਇੰਨਾ ਚਿਰ ਉਹ ਕਿਵੇਂ ਕੱਢ ਲੈਂਦਾ 6-6 ਮਹੀਨੇ। ਇਹ ਜਿਹੜੇ ਮਹਾਤਮਾ ਸਨ ਨਾ, ਜਦੋਂ ਰਾਜੇ ਨੇ ਸਵਾਲ ਕੀਤਾ ਤੇ ਉਹ ਕਹਿੰਦੇ ਰਾਜਨ ਵੀ ਇਹ ਗੱਲ ਠੀਕ ਹੈ ਕਿ ਪ੍ਰਸ਼ਾਦਾ ਨਹੀਂ ਛਕਦਾ, ਪਾਣੀ ਨਹੀਂ ਪੀਂਦਾ, ਪਰ ਉਹ ਹੰਕਾਰ ਦਾ ਭੋਜਨ ਕਰਦਾ ਹੈ।
ਉਹਦਾ ਹੰਕਾਰ ਦਾ ਭੋਜਨ ਉਹਨੂੰ ਲੈ ਕੇ ਉੱਥੇ ਬੈਠਾ ਰਹਿੰਦਾ। ਰਾਜਾ ਕਹਿਣ ਲੱਗਾ, ਮਹਾਤਮਾ ਜੀ ਮੈਂ ਸਮਝਿਆ ਨਹੀਂ ਵੀ ਹੰਕਾਰ ਦਾ ਭੋਜਨ ਉਹ ਕਿਵੇਂ ਕਰ ਲੈਂਦਾ। ਮਹਾਤਮਾ ਕਹਿਣ ਲੱਗੇ, ਤੈਨੂੰ ਅਸੀਂ ਤਜਰਬਾ ਕਰਕੇ ਦਿਖਾ ਦਿੰਦੇ ਹਾਂ। ਇਸ ਵਾਰੀ ਜਦੋਂ ਉਹ ਮਹਾਤਮਾ ਗੁਫਾ ਵਿੱਚੋਂ ਬਾਹਰ ਨਿਕਲੇ ਤੇ ਤੂੰ ਆਪ ਨਹੀਂ ਉਹਨੂੰ ਲੈਣ ਵਾਸਤੇ ਜਾਣਾ, ਆਪ ਉਹਦੀ ਗੁਫਾ ਦੇ ਸਾਹਮਣੇ ਜਾ ਕੇ ਤੂੰ ਨਹੀਂ ਖੜੇ ਹੋਣਾ। ਸ਼ਹਿਰ ਦੇ ਵਿੱਚ ਐਲਾਨ ਕਰਦੇ ਵੀ ਇਸ ਵਾਰੀ ਮਹਾਤਮਾ ਨੇ ਗੁਫਾ ਵਿੱਚੋਂ ਨਿਕਲਣਾ ਹੀ ਨਹੀਂ ਹੈ, ਕੋਈ ਵੀ ਨਾ ਜਾਵੇ। ਨਾ ਕੋਈ ਜੈ ਜੈਕਾਰ ਕਰੇ, ਨਾ ਕੋਈ ਫੁੱਲਾਂ ਦਾ ਹਾਰ ਲੈ ਕੇ ਜਾਵੇ, ਨਾ ਕੋਈ ਮਾਣ ਵਡਿਆਈ ਕਰੇ, ਨਾ ਕੋਈ ਨਾਰਾ ਜਕਾਰਾ ਲਾਵੇ। ਵੱਖਰੇ ਤੌਰ 'ਤੇ ਦੂਰ ਦੂਰ ਆਪਣੇ ਸਿਪਾਹੀ ਖੜੇ ਕਰਦੇ ਵੀ ਜੇ ਕੋਈ ਚਲੇ ਵੀ ਜਾਵੇ ਤੇ ਸਿਪਾਹੀ ਉਹਦੇ ਕੋਲ ਨਾ ਜਾਣ ਦੇਣ, ਬਾਕੀ ਤੈਨੂੰ ਆਪੇ ਪਤਾ ਲੱਗ ਜਾਏਗਾ। ਰਾਜੇ ਨੇ ਇਸੇ ਤਰ੍ਹਾਂ ਮਹਾਤਮਾ ਦਾ ਹੁਕਮ ਮੰਨ ਕੇ ਸ਼ਹਿਰ ਵਿੱਚ ਢੰਡੋਰਾ ਲਾ ਦਿੱਤਾ। ਕਹਿਣ ਲੱਗੇ ਵੀ ਇਸ ਵਾਰੀ ਉਹ ਜਿਹੜੇ ਮਹਾਤਮਾ ਗੁਫਾ ਵਿੱਚੋਂ ਨਿਕਲਦੇ ਨਾ, ਐਤਕੀ ਨਹੀਂ ਉਹ ਨਿਕਲਦੇ ਪਏ, ਐਤਕੀ ਉਹਨਾਂ ਨੇ ਸਮਾਂ ਅੱਗੇ ਪਾ ਦਿੱਤਾ ਹੈ, ਕੋਈ ਵੀ ਨਾ ਜਾਵੇ। ਨਾਲ ਆਪਣੇ ਸਿਪਾਹੀ ਵੀ ਕੁਝ ਲਾ ਦਿੱਤੇ, ਨਾਕਾ ਲਾ ਦਿੱਤਾ ਵੀ ਜੇ ਕੋਈ ਜਾਵੇ ਵੀ ਤੇ ਉਹਨੂੰ ਰੋਕ ਲੈਣਾ ਹੈ। ਗੁਰਮੁਖੋ ਜਦੋਂ ਉਸ ਮਹਾਤਮਾ ਦੇ ਬਾਹਰ ਨਿਕਲਣ ਦਾ ਸਮਾਂ ਆ ਗਿਆ, ਉਹਨੂੰ ਨਿਕਲਿਆ, ਗੁਫਾ ਦਾ ਦਰਵਾਜ਼ਾ ਖੋਲ੍ਹਿਆ ਉਹਨੇ ਤੇ ਬਾਹਰ ਨਿਕਲਿਆ। ਸਾਹਮਣੇ ਕੀ ਵੇਖਦਾ, ਕੋਈ ਵੀ ਨਹੀਂ ਹੈ, ਨਾ ਕੋਈ ਰਾਜਾ, ਨਾ ਕੋਈ ਪਰਜਾ, ਨਾ ਕੋਈ ਸ਼ਹਿਰ ਦਾ ਬੰਦਾ, ਨਾ ਕੋਈ ਢੋਲ ਵਜਾਉਣ ਵਾਲਾ, ਨਾ ਕੋਈ ਫੁੱਲਾਂ ਦਾ ਹਾਰ ਪਾਉਣ ਵਾਲਾ, ਨਾ ਕੋਈ ਵਰਖਾ ਕਰਨ ਵਾਲਾ। ਵੇਖਿਆ ਮੈਨੂੰ ਤੇ ਕੋਈ ਵੀ ਨਹੀਂ ਆ ਕੇ ਮਾਣ ਦੇਣ ਵਾਸਤੇ ਆਇਆ, ਮੇਰਾ ਸਤਿਕਾਰ ਕਿਸੇ ਨੇ ਵੀ ਨਹੀਂ ਕੀਤਾ, ਕਿਸੇ ਨੇ ਮੇਰੀ ਜੈ ਜੈਕਾਰ ਨਹੀਂ ਕੀਤੀ ਹੈ। ਇਹ ਗੱਲ ਵੇਖ ਕੇ ਉੱਥੇ ਹੀ ਡਿੱਗ ਪਿਆ, ਗੁਫਾ ਦੇ ਦਰਵਾਜ਼ੇ ਦੇ ਸਾਹਮਣੇ ਹੀ ਡਿੱਗ ਪਿਆ। ਉਸੇ ਵੇਲੇ ਪ੍ਰਾਣ ਨਿਕਲ ਗਿਆ, ਮਰ ਗਿਆ। ਰਾਜੇ ਦੇ ਮਹਿਲਾਂ ਵਿੱਚ ਖਬਰ ਪਹੁੰਚੀ, ਜਿਹੜਾ ਮਹਾਤਮਾ 6-6 ਮਹੀਨੇ ਗੁਫਾ ਵਿੱਚ ਬੈਠਦਾ ਸੀ, ਪਹਿਲਾਂ ਤੇ ਕਦੇ ਉਸ ਨੂੰ ਕੁਝ ਨਹੀਂ ਹੋਇਆ, ਇਸ ਵਾਰੀ ਉਹ ਬਾਹਰ ਨਿਕਲਿਆ ਤੇ ਜਿਉਂਦਾ ਹੀ ਨਹੀਂ ਰਿਹਾ, ਮਰ ਗਿਆ। ਰਾਜੇ ਨੇ ਪੁੱਛਿਆ, ਉਹ ਜਿਹੜੇ ਮਹਾਤਮਾ ਆਏ ਸਨ ਜਿਨ੍ਹਾਂ ਨੇ ਇਹ ਗੱਲ ਦੱਸੀ ਸੀ ਵੀ ਇਸ ਵਾਰੀ ਲੈਣ ਨਹੀਂ ਜਾਣਾ, ਉਹਦੇ ਦਰਵਾਜ਼ੇ ਤੇ ਨਹੀਂ ਖੜੇ ਹੋਣਾ, ਮਹਾਤਮਾ ਨੇ ਉਸ ਸਾਧੂ ਨੂੰ ਪੁੱਛਿਆ। ਕਹਿਣ ਲੱਗੇ, ਸਾਧੂ ਜੀ ਅੱਗੇ ਵੀ ਤੇ 6 ਮਹੀਨੇ ਬੈਠਦਾ, ਅੱਗੇ ਤੇ ਇਹਨੂੰ ਕੁਝ ਨਹੀਂ ਹੁੰਦਾ, ਐਤਕੀ ਕੀ ਬਣਿਆ ਵੀ ਇਹ ਬਾਹਰ ਨਿਕਲਦਿਆਂ ਇਹ ਗੁਫਾ ਦੇ ਦਰਵਾਜ਼ੇ ਦੇ ਸਾਹਮਣੇ ਦਮ ਤੋੜ ਦਿੱਤਾ, ਇਹ ਮਰ ਗਿਆ। ਉਹ ਮਹਾਤਮਾ ਕਹਿਣ ਲੱਗੇ, ਕਹਿੰਦੇ ਰਾਜਨ ਬਚਨ ਇਹ ਹੈ, ਇਹ ਗੱਲ ਠੀਕ ਹੈ ਕਿ ਗੁਫਾ ਦੇ ਵਿੱਚ ਪ੍ਰਸ਼ਾਦਾ ਨਹੀਂ ਸੀ ਛਕਦਾ, ਪਾਣੀ ਨਹੀਂ ਸੀ ਪੀਂਦਾ, ਪਰ ਜਦੋਂ 6 ਮਹੀਨੇ ਬਾਅਦ ਇਹ ਬਾਹਰ ਨਿਕਲਦਾ ਸੀ ਨਾ, ਤੁਸੀਂ ਜਿਹੜੀ ਜੈ ਜੈਕਾਰ ਕਰਦੇ ਸੀ, ਇਹਨੂੰ ਵਡਿਆਈ ਦਿੰਦੇ ਸੀ, ਮਾਣ ਦਿੰਦੇ ਸੀ, ਇਹ ਉਹ ਮਾਣ ਦੇ ਭੋਜਨ ਦੇ ਨਾਲ ਹੀ 6 ਮਹੀਨੇ ਜਿਉਂਦਾ ਰਹਿੰਦਾ ਸੀ ਵੀ ਜਦੋਂ ਮੈਂ ਬਾਹਰ ਨਿਕਲਾਂਗਾ ਮੇਰੀ ਉਦੋਂ ਬੜੀ ਵਡਿਆਈ ਹੋਣੀ ਹੈ, ਮੈਨੂੰ ਬੜਾ ਮਾਣ ਸਨਮਾਨ ਮਿਲਣਾ ਹੈ। ਉਹ ਮਾਣ ਸਨਮਾਨ ਹੀ 6 ਮਹੀਨੇ ਇਸ ਨੂੰ ਭੁੱਖਿਆਂ ਪਿਆਸਿਆਂ ਵੀ ਕਾਇਮ ਰੱਖਦਾ ਸੀ, ਪਰ ਐਤਕੀ ਉਹ ਮਾਣ ਸਨਮਾਨ ਮਿਲਿਆ ਨਹੀਂ ਤੇ ਉਹਦੇ ਕੋਲੋਂ ਉਹ ਭੁੱਖ ਦਾ ਦੁੱਖ ਸਹਾਰਿਆ ਨਹੀਂ ਗਿਆ, ਉਹ ਤਾਂ ਦਮ ਤੋੜ ਗਿਆ ਹੈ। ਮਹਾਰਾਜ ਕਹਿਣ ਲੱਗੇ, ਲੱਖ ਸਿੰਗਾਰ ਬਣਾਇਆ, ਬੰਦਾ ਜਪ ਵੀ ਕਰ ਲੈਂਦਾ ਹੈ, ਤਪ ਵੀ ਕਰ ਲੈਂਦਾ ਹੈ, ਪੂਜਾ ਵੀ ਕਰ ਲੈਂਦਾ ਹੈ, ਤੀਰਥ ਯਾਤਰਾ ਵੀ ਕਰ ਆਉਂਦਾ ਹੈ, ਵਰਤ ਵੀ ਰੱਖਦਾ, ਦਾਨ ਵੀ ਕਰਦਾ ਹੈ, ਪਰ ਉਹਦੇ ਨਾਲ ਨਾਲ ਬੰਦੇ ਨੂੰ ਹਉਮੈ ਦਾ ਭੋਜਨ ਮਿਲਦਾ ਰਹਿੰਦਾ ਹੈ ਕਿ ਦੁਨੀਆ ਆਖਦੀ ਹੈ ਇਹ ਬੰਦਾ ਬੜੀ ਤੀਰਥ ਯਾਤਰਾ ਕਰਦਾ ਹੈ, ਇਹ ਬੰਦਾ ਬੜਾ ਦਾਨੀ ਹੈ, ਇਹ ਬੜਾ ਜਪੀ ਹੈ, ਇਹ ਬੜਾ ਤਪੀ ਹੈ। ਉਹ ਜਿਹੜਾ ਮਾਣ ਸਨਮਾਨ ਤੇ ਹੰਕਾਰ ਲੋਕੀ ਦਿੰਦੇ ਨਾ, ਉਹਦੇ ਕਰਕੇ ਹੋਰ ਵੱਡਾ ਹੁੰਦਾ ਜਾਂਦਾ, ਪਰ ਰੱਬ ਤੋਂ ਉਹਨਾਂ ਦੂਰ ਹੋ ਜਾਂਦਾ ਹੈ, ਪਰਮਾਤਮਾ ਤੋਂ ਦੂਰ ਆ ਗਿਆ ਕਿਉਂਕਿ ਮਾਣ ਹੋ ਗਿਆ। ਇਸ ਕਰਕੇ ਇਹ ਵਿਅਕਤੀ ਰੱਬ ਨੂੰ ਮਿਲਣ ਵਾਸਤੇ ਭਾਵੇਂ ਤੂੰ ਲੱਖਾਂ ਸ਼ਿੰਗਾਰ ਕਰ ਲੈ, ਲੱਖਾਂ ਪੁੰਨ ਕਰ ਲੈ, ਦਾਨ ਕਰ ਲੈ, ਜਪ ਕਰ ਲੈ, ਤਪ ਕਰ ਲੈ, ਕਰ ਤੇ ਬੜਾ ਕੁਝ ਲਿਆ, ਲੱਖਾਂ ਦੀ ਗਿਣਤੀ ਵਿੱਚ ਕਰਕੇ ਬੈਠਾ ਹੈ, ਪਰ ਉਹ ਸ਼ਿੰਗਾਰ, ਉਹ ਜਪ ਤਪ ਤੇਰੇ ਕੰਮ ਤਾਂ ਨਹੀਂ ਆਏ ਕਿਉਂਕਿ ਤੂੰ ਉਹ ਕਰਕੇ ਮਨ ਵਿੱਚ ਮਾਣ ਵਧਾਇਆ ਹੈ ਕਿ ਮੇਰੇ ਵਰਗਾ ਕੋਈ ਨਹੀਂ ਜਿਹਨੇ ਇੰਨੀ ਯਾਤਰਾ ਕੀਤੀ ਹੋਵੇ, ਮੇਰੇ ਵਰਗਾ ਕੋਈ ਨਹੀਂ ਜਿਹਨੇ ਇੰਨਾ ਦਾਨ ਕੀਤਾ ਹੋਵੇ, ਮੇਰੇ ਵਰਗਾ ਕੋਈ ਨਹੀਂ ਜਿਹਨੇ ਇੰਨਾ ਤਪ ਕੀਤਾ ਹੋਵੇ, ਮੇਰੇ ਵਰਗਾ ਕੋਈ ਨਹੀਂ ਜਿਹਨੇ ਐਸਾ ਜਪ ਕੀਤਾ ਹੋਵੇ। ਇਹ ਜਿਹੜੀ ਗਿਣਤੀ ਕਰਨ ਲੱਗ ਪੈਂਦਾ ਨਾ ਵੀ ਮੇਰੇ ਵਰਗਾ ਹੈ ਕੋਈ ਨਹੀਂ, ਇਹਦੇ ਕਰਕੇ ਤੇਰੇ ਕੀਤੇ ਉਹ ਸ਼ਿੰਗਾਰ ਜਪਾਂ ਤਪਾਂ ਦੇ ਕੰਮ ਨਹੀਂ ਆਏ, ਨਿਸਫਲ ਚਲੇ ਗਏ, ਖਾਲੀ ਚਲੇ ਗਏ। ਲੱਖ ਸਿੰਗਾਰ ਬਣਾਇਆ, ਇਹ ਲੱਖਾਂ ਸਿੰਗਾਰ ਜਪਾਂ ਤਪਾਂ ਦੇ ਕਰਦਾ ਜ਼ਰੂਰ ਹੈ, ਪਰ ਮਾਣ ਆਉਣ ਕਰਕੇ, ਹੰਕਾਰ ਆਉਣ ਕਰਕੇ
ਉਹ ਜਪ ਤਪ ਕੀਤਾ ਖਾਲੀ ਚਲੇ ਜਾਂਦਾ ਹੈ। ਲਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਕਿਸੇ ਵੀ ਕੰਮ ਨਹੀਂ ਆਇਆ। ਜਪ ਤਪ ਕੀਤਾ ਕੰਮ ਨਹੀਂ ਆਇਆ, ਹੰਕਾਰ ਨੇ ਮਿਟਾ ਦਿੱਤਾ। ਗੁਰਮੁਖੋ ਆਪਾਂ ਬਾਣੀ ਪੜ੍ਹਦੇ ਆ ਨਾ, ਪਾਠ ਕਰਦੇ ਆ, ਤੇ ਬਾਣੀ ਦੇ ਨਾਲ ਨਾਲ ਆਪਾਂ ਸੇਵਾ ਵੀ ਕਰਦੇ ਆ। ਕੋਈ ਜੋੜੇ ਝਾੜਦਾ, ਕੋਈ ਝਾੜੂ ਲਾਉਂਦਾ ਹੈ, ਕੋਈ ਪ੍ਰਸ਼ਾਦਾ ਬਣਾਉਂਦਾ ਹੈ, ਕੋਈ ਵਰਤਾਉਂਦਾ ਪਿਆ। ਇਹ ਜਿਹੜਾ ਅਸੀਂ ਨਾਮ ਜਪਦੇ ਪਏ ਆ, ਨਾਲ ਸੇਵਾ ਕਰਦੇ ਪਏ, ਸੇਵਾ ਕਰਕੇ ਨਿਮਰਤਾ ਆਉਂਦੀ ਹੈ, ਮਾਨ ਨਾਸ ਹੁੰਦਾ, ਹੰਕਾਰ ਪਰੇ ਚਲੇ ਜਾਂਦਾ ਹੈ, ਨਿਮਰਤਾ ਆ ਜਾਂਦੀ ਹੈ ਸੇਵਾ ਕਰਕੇ, ਮਾਨ ਨਹੀਂ ਰਹਿੰਦਾ ਹੈ। ਬਾਕੀ ਜਪ ਤਪ ਕੀਤਿਆਂ ਮਾਨ ਆਉਂਦਾ ਹੈ। ਨਾਮ ਜਪ ਕੇ ਜੇ ਸੇਵਾ ਕੀਤੀ ਹੈ ਜਾਂ ਸੇਵਾ ਕਰਕੇ ਨਾਮ ਜਪਿਆ ਹੈ, ਉਹ ਸੇਵਾ ਜਿਹੜੀ ਹੈ ਉਹ ਤੇਰੇ ਮਾਨ ਨੂੰ ਪਰੇ ਕਰ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਤਾਂ ਮਹਾਰਾਜ ਨੇ ਵੱਡਾ ਰਸਤਾ ਸਾਨੂੰ ਬਖਸ਼ਿਆ ਹੈ। ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਤੂੰ ਆਪਣੀ ਦੇਹ ਦੇ ਨਾਲ, ਸਰੀਰ ਦੇ ਨਾਲ ਬੜਾ ਹੀ ਮੋਹ ਕਰਦਾ ਹੈ। ਇਸ ਦੇਹੀ ਨੂੰ ਪਾਲਿਆ ਹੈ, ਇਸ ਦੇਹੀ ਨੂੰ ਸਾਂਭਿਆ ਹੈ। ਜਿੰਨਾ ਚਿਰ ਜਿਉਂਦਾ ਰਿਹਾ, ਆਪਣੇ ਸਰੀਰ ਵਿੱਚ ਤਾਕਤ ਰਹੀ, ਉਹਨਾਂ ਚਿਰ ਸਰੀਰ ਨੂੰ ਸੰਭਾਲ ਕੇ ਰੱਖਿਆ ਹੈ। ਇਹਦੇ ਪੁੱਤਰ ਧੀਆਂ ਵੀ, ਕੋਈ ਬਾਪੂ ਕਹਿੰਦਾ, ਕੋਈ ਚਾਚਾ ਕਹਿੰਦਾ, ਕੋਈ ਮਾਮਾ ਕਹਿੰਦਾ, ਆ ਕੇ ਰਿਸ਼ਤੇਦਾਰ ਵੀ ਜਫੀਆਂ ਪਾ ਪਾ ਕੇ ਮਿਲਦੇ, ਇਹਦੇ ਨਾਲ ਲਾਡ ਕਰਦੇ, ਇਹਦੇ ਨਾਲ ਪਿਆਰ ਕਰਦੇ। ਪਰ ਮਹਾਰਾਜ ਕਹਿਣ ਲੱਗੇ, ਉਹਨਾਂ ਚਿਰ ਲਾਡ ਪਿਆਰ ਤੇ ਜਫੀਆਂ ਪੈਂਦੀਆਂ ਰਿਸ਼ਤੇਦਾਰੀਆਂ ਵਿੱਚ ਜਿੰਨਾ ਚਿਰ ਜਿਉਂਦਾ ਹੈ। ਜਿਸ ਵੇਲੇ ਉਹ ਜਿਉਣ ਵਾਲਾ ਰਿਸ਼ਤੇਦਾਰ ਮਰ ਗਿਆ ਨਾ, ਪ੍ਰਾਣ ਨਿਕਲ ਗਿਆ, ਜਾਨ ਨਿਕਲ ਗਈ ਸਰੀਰ ਵਿੱਚੋਂ। ਜਿਤ ਦਿਨ ਦੇਹ ਬਿਨਸ ਸੀ, ਜਿਸ ਦਿਨ ਤੇਰੀ ਇਹ ਦੇਹ ਬਿਨਸ ਗਈ, ਨਾਸ ਹੋ ਗਈ, ਪ੍ਰਾਣ ਨਿਕਲ ਗਏ, ਤਿਤ ਵੇਲੇ ਕਹਿਸਨ ਪ੍ਰੇਤ। ਉਹੀ ਤੇਰੇ ਘਰ ਦੇ ਮੈਂਬਰ ਕਹਿਣਗੇ ਤੇ ਭੂਤ ਹੈ, ਇਹਨੂੰ ਅੱਜ ਦੀ ਰਾਤ ਵੀ ਘਰ ਰੱਖਣਾ ਨਹੀਂ ਹੈ। ਬੱਚੇ ਡਰਦੇ ਨੇ, ਇਹਨੂੰ ਹੁਣੇ ਬਾਹਰ ਕੱਢੀਏ, ਇਹਨੂੰ ਹੁਣੇ ਸਾੜ ਕੇ ਆਈਏ। ਤੇਰੀ ਮ੍ਰਿਤਕ ਦੇਹ ਨੂੰ ਕੋਈ ਹੱਥ ਲਾਉਣਾ ਵੀ ਪਸੰਦ ਨਹੀਂ ਕਰੇਗਾ। ਤੇਰੀ ਮ੍ਰਿਤਕ ਸਰੀਰ ਦਾ ਕੋਈ ਇਸ਼ਨਾਨ ਕਰਾਉਣਾ ਵੀ ਪਸੰਦ ਨਹੀਂ ਕਰੇਗਾ। ਪਿੱਛੇ ਜਿਹਾ ਕਰੋਨਾ ਕਾਲ ਚੱਲਿਆ ਨਾ, ਕਰੋਨਾ ਦਾ ਸਮਾਂ ਆਇਆ, ਇੱਕ ਇਹੋ ਜਿਹੀ ਦਹਿਸ਼ਤ ਬਣ ਗਈ, ਇਹੋ ਜਿਹਾ ਡਰ ਬਣ ਗਿਆ। ਪੁੱਤਰਾਂ ਧੀਆਂ ਨੇ ਮਾਂ ਬਾਪ ਦਾ ਸਰੀਰ ਲੈਣ ਤੋਂ ਨਾ ਕਰ ਦਿੱਤੀ। ਇਹਨੂੰ ਜਿੱਥੇ ਮਰਜ਼ੀ ਲੈ ਜਾਓ, ਭਾਵੇਂ ਇਹਦਾ ਸੰਸਕਾਰ ਕਰ ਦਿਓ, ਭਾਵੇਂ ਰੋੜ ਦਿਓ, ਤੇ ਭਾਵੇਂ ਕਿਤੇ ਜੰਗਲ ਵਿੱਚ ਸੁੱਟ ਦਿਓ, ਅਸੀਂ ਸਰੀਰ ਨਹੀਂ ਇਹਦਾ ਲੈਣਾ ਹੈ। ਇਹਦੇ ਕਰਕੇ ਹੁਣ ਅਸੀਂ ਮਰ ਜਾਵਾਂਗੇ। ਇਹ ਤੇ ਹੁਣ ਪ੍ਰੇਤ ਹੋ ਗਿਆ, ਇਹ ਤੇ ਭੂਤ ਬਣ ਗਿਆ ਹੈ। ਮਹਾਰਾਜ ਕਹਿਣ ਲੱਗੇ, ਜਿੰਨਾ ਚਿਰ ਜਿਉਂਦਾ ਰਿਹਾ, ਲੋਕ ਜਫੀਆਂ ਪਾ ਕੇ ਮਿਲਦੇ ਰਹੇ, ਮਾਣ ਸਨਮਾਨ ਦਿੰਦੇ ਰਹੇ, ਚਾਹ ਪਾਣੀ ਪੁੱਛਦੇ ਰਹੇ। ਜਿੱਦਣ ਸਰੀਰ ਵਿੱਚੋਂ ਜਾਨ ਨਿਕਲ ਗਈ ਹੈ, ਆਪਣੇ ਝਾਟੀ ਬਗਾਨੇ ਹੋ ਗਏ, ਸਰੀਰ ਨੂੰ ਹੱਥ ਲਾਉਣਾ ਵੀ ਕੋਈ ਚੰਗਾ ਨਹੀਂ ਸਮਝਦਾ ਹੈ। ਐਸੀ ਹਾਲਤ ਬਣ ਗਈ। ਉਸ ਵੇਲੇ ਆਪਣੇ ਕਹਿਣ ਲੱਗ ਪੈਂਦੇ, ਤੇ ਭੂਤ ਹੈ, ਇਹਦਾ ਨਾਮ ਨਹੀਂ ਲੈਣਾ ਹੈ, ਇਹਨੂੰ ਹੱਥ ਨਹੀਂ ਲਾਉਣਾ ਹੈ, ਆਪਣੇ ਪਰੇ ਚਲੇ ਜਾਂਦੇ। ਬੰਦਿਆ ਫਿਰ ਕਿਸ ਗੱਲ ਦਾ ਮੋਹ ਕਰਦਾ ਪਿਆ ਹੈ? ਇਸ ਮੋਹ ਤੋਂ ਪਰੇ ਹੋਣਾ ਕਰ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਸਤਿਗੁਰੂ ਕਹਿਣ ਲੱਗੇ, ਜਦੋਂ ਜਮਾਂ ਨੇ ਤੈਨੂੰ ਪਕੜ ਕੇ ਅੱਗੇ ਲਾ ਕੇ ਚਲਾਇਆ, ਜਮ ਆ ਗਿਆ ਲੈਣ ਵਾਸਤੇ। ਜਿਹਨੇ ਮਰਨਾ ਹੈ ਉਹਦੇ ਸਾਹਮਣੇ ਖਲੋਤੇ ਨੇ, ਉਹਨੂੰ ਦਿਸਦੇ ਪਏ ਨੇ। ਉਸ ਮਰਨ ਵਾਲੇ ਦੇ ਕੋਲ ਉਹਦੇ ਰਿਸ਼ਤੇਦਾਰ ਖਲੋਤੇ ਨੇ। ਕੋਈ ਨਬਜ਼ ਫੜ ਕੇ ਖਲੋਤਾ ਹੈ, ਪਤਾ ਲੱਗੇ ਕਿੰਨਾ ਚਿਰ ਨਬਜ਼ ਚੱਲਦੀ ਪਈ ਹੈ। ਕੋਈ ਅੱਖਾਂ ਦੇ ਵੱਲ ਵੇਖਦਾ ਪਿਆ ਹੈ, ਇਹ ਕਿੰਨਾ ਚਿਰ ਅੱਖਾਂ ਝਮਕਦਾ ਪਿਆ, ਅੱਖਾਂ ਝਮਕਦਾ ਹੈ। ਕੋਈ ਮੂੰਹ ਵੱਲ ਵੇਖਦਾ ਹੈ, ਪਰ ਕਹਿਣ ਲੱਗੇ ਵੇਖਦੇ ਤੇ ਸਾਰੇ ਹੀ ਪਏ, ਪਰ ਜਮਾਂ ਨੇ ਕਦੋਂ ਅੰਦਰੋਂ ਜਾਨ ਕੱਢ ਲਈ ਪਤਾ ਨਹੀਂ ਕਿਸੇ ਨੂੰ ਲੱਗਾ। ਨਬਜ਼ ਫੜੀ ਵਾਲਾ ਇਹ ਗੱਲ ਕਹਿੰਦਾ ਲਓ ਜੀ ਨਬਜ਼ ਰੁਕ ਗਈ, ਇਹ ਤੇ ਰੱਬ ਨੂੰ ਪਿਆਰਾ ਹੋ ਗਿਆ ਜੇ। ਜਮਾਂ ਨੇ ਕਦੋਂ ਜਾਨ ਕੱਢੀ ਆ, ਕੋਲ ਖਲੋਤੇ ਰਿਸ਼ਤੇਦਾਰਾਂ ਨੂੰ ਵੀ ਪਤਾ ਨਹੀਂ ਲੱਗਾ। ਪਕੜ ਚਲਾਇਨ ਦੂਤ ਜਮ, ਜਦੋਂ ਜਮ ਦੂਤ ਪਕੜ ਕੇ ਚਲਾਵੇਗਾ, ਕਿਸੇ ਨਾ ਦੇਣੀ ਭੇਤ, ਕੋਲ ਖਲੋਤੇ ਨੂੰ ਭੇਦ ਨਹੀਂ ਮਿਲੇਗਾ। ਕੋਲ ਖਲੋਣ ਵਾਲੇ ਨੂੰ ਵੀ ਨਹੀਂ ਪਤਾ ਲੱਗੇਗਾ ਮੌਤ ਦਾ ਫਰਿਸ਼ਤਾ ਕਿਹੜੇ ਪਾਸਿਓਂ ਆਇਆ ਹੈ, ਉਹਨੇ ਜਾਨ ਕਿਵੇਂ ਕੱਢੀ ਹੈ, ਕਿਹੜੇ ਦਰਵਾਜ਼ੇ ਵਿੱਚੋਂ ਬਾਹਰ ਨਿਕਲਿਆ। ਇਸ ਗੱਲ ਦਾ ਕਿਸੇ ਨੂੰ ਭੇਦ ਨਹੀਂ ਆਉਂਦਾ, ਖਬਰ ਨਹੀਂ ਆਉਂਦੀ ਹੈ। ਇੰਨਾ ਗੁਪਤ ਕੰਮ ਪਰਮਾਤਮਾ ਨੇ ਰੱਖਿਆ ਹੈ। ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ। ਸਤਿਗੁਰੂ ਕਹਿਣ ਲੱਗੇ, ਰਿਸ਼ਤੇਦਾਰਾਂ ਦੀ ਗੱਲ ਛੱਡੋ,
ਜਿਹੜੇ ਜੀਵ ਦੀ ਆਤਮਾ ਕੱਢਣ ਵਾਸਤੇ ਜਮ ਆ ਗਏ ਨੇ ਨਾ, ਆਤਮਾ ਕੱਢ ਲਈ ਹੈ, ਉਸ ਵਿਅਕਤੀ ਨੂੰ ਵੀ ਇਹ ਨਹੀਂ ਪਤਾ ਹੈ ਕਿ ਇਹ ਜਮ ਮੈਨੂੰ ਕਿਹੜੇ ਨਰਕ ਦੇ ਵਿੱਚ ਲੈ ਕੇ ਚੱਲੇ ਨੇ। ਜਿਹੜਾ ਨਾਲ ਤੁਰੀ ਜਾਂਦੀ ਹੈ ਨਾ ਆਤਮਾ, ਜਿਹੜਾ ਸਰੀਰ ਉਹਨਾਂ ਸੂਖਮ ਸਰੀਰ ਅੰਦਰੋਂ ਕੱਢਿਆ, ਆਪਾਂ ਸਿੱਧਾ ਪੰਜਾਬੀ 'ਚ ਕਹਿ ਲਈਏ ਵੀ ਸਾਡੀ ਜਾਨ ਅੰਦਰੋਂ ਕੱਢੀ ਹੈ, ਜਿਹਦੀ ਜਾਨ ਜਮਦੂਤਾਂ ਨੇ ਕੱਢ ਲਈ, ਉਹਨੂੰ ਵੀ ਨਹੀਂ ਦੱਸਦੇ ਵੀ ਤੈਨੂੰ ਕਿਹੜੇ ਨਰਕ ਵਿੱਚ ਪਾਉਣਾ ਹੈ, ਤੈਨੂੰ ਕਿੱਥੇ ਲਿਜਾ ਕੇ ਅਸੀਂ ਸੁੱਟਣਾ ਹੈ, ਤੈਨੂੰ ਕਿਹੜੀਆਂ ਕਿਹੜੀਆਂ ਸਜ਼ਾਵਾਂ ਦੇਣੀਆਂ। ਇਹ ਤੇ ਉਸ ਮਰਨ ਵਾਲੇ ਨੂੰ ਵੀ ਨਹੀਂ ਪਤਾ ਹੈ। ਇਹ ਤੇ ਪਤਾ ਉਦੋਂ ਲੱਗੇਗਾ ਜਦੋਂ ਧਰਮਰਾਜ ਦੀ ਕਚਹਿਰੀ ਵਿੱਚ ਉੱਥੇ ਗਵਾਹੀਆਂ ਹੋਣਗੀਆਂ, ਸੱਚ ਝੂਠ ਤੇ ਪਾਪ ਪੁੰਨ ਦਾ ਪਤਾ ਲੱਗੇਗਾ। ਉੱਥੇ ਫਿਰ ਉਹ ਫੈਸਲਾ ਸੁਣਾਵੇਗਾ ਇਹਨੂੰ ਫਲਾਣੇ ਨਰਕ ਦੇ ਵਿੱਚ ਸੁੱਟਿਆ ਜਾਵੇ। ਉਹਨਾਂ ਚਿਰ ਤੇ ਮਰਨ ਵਾਲੇ ਨੂੰ ਖੁਦ ਨੂੰ ਨਹੀਂ ਪਤਾ ਕਿ ਮੈਨੂੰ ਕਿਹੜੇ ਨਰਕ ਵਿੱਚ ਪਾ ਕੇ ਸਜ਼ਾ ਮਿਲਣੀ ਹੈ। ਪਕੜ ਚਲਾਇਨ ਦੂਤ ਜਮ, ਜਦੋਂ ਜਮਦੂਤ ਪਕੜ ਕੇ ਅੱਗੇ ਲਾ ਕੇ ਚਲਾਉਂਦੇ, ਕਿਸੇ ਨਾ ਦੇਣੀ ਭੇਤ, ਦੂਜੇ ਤੀਜੇ ਰਿਸ਼ਤੇਦਾਰ ਨੂੰ ਤੇ ਭੇਦ ਕੀ ਮਿਲਣਾ ਹੈ। ਜਿਹੜਾ ਮਰ ਕੇ ਨਾਲ ਤੁਰਿਆ ਜਾਂਦਾ ਉਹਨੂੰ ਵੀ ਨਹੀਂ ਪਤਾ ਲੱਗਣ ਦਿੰਦੇ ਤੈਨੂੰ ਕਿਹੜੀ ਸਜ਼ਾ ਦੇਣੀ ਹੈ। ਐਸਾ ਗੁਪਤ ਕਾਰਜ ਕਰ ਦਿੰਦੇ ਹਨ। ਛੱਡ ਖੜੋਤੇ ਖਿਨੈ ਮਾਹੇ ਜਨ ਸਿਉ ਲਗਾਹੇ ਤੋ, ਜਿਨ੍ਹਾਂ ਦੇ ਨਾਲ ਬੰਦਾ ਸਾਰੀ ਉਮਰ ਮੋਹ ਲਾ ਕੇ ਬੈਠਾ ਹੈ ਨਾ, ਜਿਨ੍ਹਾਂ ਵਾਸਤੇ ਦਿਨੇ ਰਾਤ ਭੱਜਦਾ ਹੈ, ਦਿਨੇ ਵੱਖਰੀ ਨੌਕਰੀ ਕਰ ਲਵਾਂ, ਰਾਤ ਨੂੰ ਵੱਖਰੀ ਕਰ ਲਵਾਂ, ਦੋ ਦੋ ਨੌਕਰੀਆਂ ਕਰਦਾ, ਦੋਹਰੀਆਂ ਸ਼ਿਫਟਾਂ ਲਾਉਂਦਾ, ਆਪਣੇ ਕੰਮ ਤੋਂ ਵੀ ਅੱਗੇ ਓਵਰ ਟਾਈਮ ਲਾਉਂਦਾ ਹੈ। ਕਾਹਦੇ ਵਾਸਤੇ? ਕਿ ਮੈਂ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਾਂ, ਮੈਂ ਪਰਿਵਾਰ ਨੂੰ ਪੂਰਾ ਸੁੱਖ ਦੇ ਸਕਾਂ। ਉਹਨਾਂ ਵਾਸਤੇ ਦੋਹਰੀਆਂ ਡਿਊਟੀਆਂ ਕਰਦਾ, ਦੋਹਰੀਆਂ ਨੌਕਰੀਆਂ ਕਰਦਾ, ਦਿਨੇ ਰਾਤ ਭੱਜਿਆ। ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨਾਲ ਇੰਨਾ ਹਿੱਤ ਕਰਦਾ ਪਿਆ, ਮੋਹ ਕਰਦਾ ਪਿਆ, ਜਦੋਂ ਤੇਰਾ ਅੰਤ ਸਮਾਂ ਆ ਗਿਆ, ਇਹਨਾਂ ਸਾਰਿਆਂ ਨੇ ਤੇਰੇ ਨਾਲ ਮੋਹ ਤੋੜ ਲੈਣਾ ਹੈ। ਇਹਨਾਂ ਕੋਲ ਸਮਾਂ ਨਹੀਂ ਹੋਵੇਗਾ। ਤੂੰ ਆਪਣੀ ਜ਼ਿੰਦਗੀ ਦੇ 80 ਸਾਲ ਇਹਨਾਂ ਨੂੰ ਦਿੱਤੇ, ਇਹ ਤੈਨੂੰ ਆਪਣੀ ਜ਼ਿੰਦਗੀ ਵਿੱਚੋਂ 80 ਘੰਟੇ ਵੀ ਨਹੀਂ ਦੇਣਗੇ। ਬਾਪੂ ਦਾ ਭੋਗ ਤੇ 10ਵੇਂ ਦਿਨ ਬਣਦਾ ਹੈ। ਖੰਡ ਪਾਠ ਦਾ ਭੋਗ ਜਾਂ ਸਹਿਜ ਪਾਠ ਦਾ ਭੋਗ ਪਾਉਣਾ, ਗੁਰੂ ਦੀ ਮਰਿਆਦਾ ਵਿੱਚ ਗੁਰੂ ਪਾਤਸ਼ਾਹ ਨੇ 2 ਪਾਠ ਕਰਵਾਏ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਸਹਿਜ ਪਾਠ ਕਰਵਾਇਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡ ਪਾਠ ਸਾਹਿਬ ਕਰਵਾਏ। ਪਰ ਅੱਜ ਪੁੱਤਰਾਂ ਦੇ ਕੋਲ ਆਪਣੇ ਮਾਤਾ ਪਿਤਾ ਦੇ ਪੂਰੇ ਹੋ ਜਾਣ ਤੋਂ ਮਗਰੋਂ ਖੰਡ ਪਾਠ ਕਰਾਉਣ ਦਾ ਸਮਾਂ ਨਹੀਂ ਹੈ। ਕਹਿਣ ਲੱਗੇ 3 ਦਿਨ ਕਿਹੜਾ ਬੈਠੇਗਾ ਕੰਮ ਛੱਡ ਕੇ, ਕੀ ਕਰੀਏ? ਸੁਖਮਨੀ ਸਾਹਿਬ ਦਾ ਪਾਠ 1 ਘੰਟੇ ਵਿੱਚ ਕਰਵਾਈਏ, ਉਹ ਵੀ ਛੁੱਟੀ ਵਾਲਾ ਦਿਨ ਵੇਖੀਏ ਤੇ ਪਾਠ ਕਰਵਾ ਕੇ ਤੇ ਪਰੇ ਕਰ ਦਈਏ। ਉਹ ਵੀ ਲੋਕਾਂ ਵਾਸਤੇ ਕਰਾਉਣਾ ਵੀ ਲੋਕ ਕੀ ਕਹਿਣਗੇ, ਨਾ ਕਰਵਾਇਆ। ਮਾਂ ਬਾਪ ਦਾ ਹਿੱਤ ਨਹੀਂ ਹੈ ਵੀ ਜਿਹਨੇ ਸਾਨੂੰ ਪਾਲਿਆ ਸਾਂਭਿਆ ਹੈ ਉਹਨੇ ਸਾਡੇ ਵਾਸਤੇ ਪਾਪ ਵੀ ਕੀਤੇ ਹੋਣਗੇ, ਪੁੰਨ ਵੀ ਕੀਤੇ ਹੋਣਗੇ, ਕਈ ਤਰ੍ਹਾਂ ਦੇ ਠੱਗੀ, ਝੂਠ, ਸੱਚ, ਫਰੇਬ ਉਹਨੇ ਸਭ ਕੁਝ ਕੀਤਾ ਹੋਵੇਗਾ ਸਾਨੂੰ ਪਾਲਣ ਵਾਸਤੇ। ਅਸੀਂ ਉਹਨੂੰ ਮਾਫੀ ਦਿਵਾਉਣ ਵਾਸਤੇ ਕੋਈ ਤੇ ਜਪ ਤਪ ਕਰ ਲਈਏ? ਨਹੀਂ, ਅਸੀਂ ਸਹਿਜ ਪਾਠ ਵੀ ਨਹੀਂ ਕਰਾ ਸਕਦੇ, ਇੰਨਾ ਸਮਾਂ ਨਹੀਂ। ਖੰਡ ਪਾਠ ਕਰਵਾਉਣਾ ਹੈ ਤੇ ਕੋਲ ਨਹੀਂ ਬੈਠ ਸਕਦੇ, ਇੰਨਾ ਸਮਾਂ ਨਹੀਂ। ਗੁਰਮੁਖੋ ਹਾਲਤ ਐਸੀ ਹੈ, ਟੈਲੀਫੋਨ ਤੇ ਫੋਨ ਕਰਕੇ, ਮੋਬਾਈਲ ਤੇ ਫੋਨ ਕਰਕੇ ਪਰਿਵਾਰ ਨੂੰ ਸੱਦਣਾ ਪੈਂਦਾ ਹੈ ਕਿ ਹੁਣ ਆਪਾਂ ਅਰਦਾਸ ਕਰਨੀ ਹੈ, ਕਮ ਸੇ ਕਮ ਜ਼ਿਆਦਾ ਨਹੀਂ ਤੇ ਅਰਦਾਸ ਦੇ ਵਿੱਚ ਤੇ ਆ ਕੇ ਸ਼ਾਮਲ ਹੋਵੋ। ਤੇ ਅੱਗੋਂ ਸੁਨੇਹਾ ਇਹ ਮਿਲਦਾ ਵੀ ਅਸੀਂ ਅਜੇ ਤਿਆਰ ਨਹੀਂ ਹੋਏ, ਸਾਡੇ ਵਾਸਤੇ 15 ਮਿੰਟ ਅਜੇ ਪਾਠ ਲੇਟ ਕਰੋ, ਅਜੇ ਅਸੀਂ ਪਹੁੰਚ ਨਹੀਂ ਸਕਦੇ, ਫਲਾਣਾ ਰਿਸ਼ਤੇਦਾਰ ਅਜੇ ਆਇਆ ਨਹੀਂ, ਉਹਦੇ ਵਾਸਤੇ 1 ਘੰਟਾ ਅਜੇ ਹੋਰ ਲੇਟ ਕਰੋ। ਪਹਿਲੀ ਤੇ ਗੱਲ ਹੈ ਅਸੀਂ ਕਰਵਾਉਂਦੇ ਨਹੀਂ, ਜੇ ਕਿਤੇ ਕਰਵਾਉਂਦੇ ਹਾਂ ਤੇ ਸਾਡੇ ਕੋਲ ਉਹ ਵੀ ਸਮਾਂ ਨਹੀਂ ਵੀ ਅਸੀਂ ਬੈਠ ਕੇ ਸੁਣ ਲਈਏ। ਬਜ਼ੁਰਗ ਨੇ ਸਾਨੂੰ ਆਪਣੀ ਜ਼ਿੰਦਗੀ ਵਿੱਚੋਂ ਸਾਰੀ ਉਮਰਾਂ ਦਿੱਤੀ ਹੈ, ਅਸੀਂ ਉਹ ਸਾਰੀ ਉਮਰਾਂ ਦਾ ਉਹਦਾ ਜੇ ਧੰਨਵਾਦ ਵੀ ਕਰੀਏ ਤੇ ਤਾਂ ਵੀ ਸਾਡੇ ਕੋਲ 3-4 ਦਿਨ ਦਾ ਟਾਈਮ ਨਹੀਂ ਆਪਣੇ ਬਜ਼ੁਰਗ ਦੀ ਅੰਤਮ ਕਿਰਿਆ ਕਰਨ ਵਾਸਤੇ। ਅੱਜ ਹੀ ਫੁੱਲ ਚੁਗੇ ਨੇ, ਹੁਣੇ ਹੀ ਪਾਠ ਕਰਕੇ ਅਰਦਾਸ ਕਰ ਦਿਓ, ਇਹਦਾ ਯੱਬ ਨਿਬੜੇ, ਅਸੀਂ ਆਪਣੇ ਕੰਮ ਲੱਗੀਏ। ਐਸੀ ਹਾਲਤ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਛੱਡ ਖੜੋਤੇ ਖਿਣੇ ਮਾਹੇ ਜਿਨ ਸਿਉ ਲੱਗਾ, ਜਿਨ੍ਹਾਂ ਦੇ ਵਾਸਤੇ ਸਾਰੀ ਉਮਰ ਉਹ ਭੱਜਿਆ, ਦੋਹਰੇ ਕੰਮ ਕੀਤੇ, ਦੋਹਰੀਆਂ ਥਾਵਾਂ ਤੇ ਦੌੜਿਆ, ਨੌਕਰੀਆਂ ਕੀਤੀਆਂ, ਜਦੋਂ ਮਰਿਆ ਉਹਨਾਂ ਰਿਸ਼ਤੇਦਾਰ ਭੈਣਾਂ ਭਰਾਵਾਂ ਪੁੱਤਰਾਂ ਨੇ ਉਹਦਾ ਮੋਹ ਹੀ ਛੱਡ ਦਿੱਤਾ, ਇਹਨੂੰ ਚੇਤੇ ਨਹੀਂ ਕਰਨਾ ਕਿਤੇ ਮਿਲ ਹੀ ਨਾ ਪਵੇ। ਸ਼ਮਸ਼ਾਨ ਦੇ ਵਿੱਚ ਜਾਂਦੇ
ਬਜ਼ੁਰਗ ਦੀ ਦੇਹ ਜਿਹੜੀ ਹੈ, ਮ੍ਰਿਤਕ ਸਰੀਰ ਲੱਕੜਾਂ 'ਤੇ ਰੱਖਿਆ, ਸਾਰਿਆਂ ਦੇ ਵਿੱਚ ਇੱਕ ਇੱਕ ਤੀਲਾ ਵੰਡ ਦਿੱਤਾ ਗਿਆ। ਆ ਲਓ ਜੀ ਤੀਲੇ, ਸਾਰੇ ਜਾਣੇ ਲੱਕੜ ਦੇ ਲੈ ਲਵੋ। ਤੀਲੇ ਫੜ ਲਏ ਹੱਥਾਂ ਵਿੱਚ, ਤੇ ਸਾਰਿਆਂ ਨੇ ਫਿਰ ਤੀਲੇ ਤੋੜ ਕੇ ਤੀਲੇ ਦੇ 2 ਹਿੱਸੇ ਕਰਕੇ ਚਿਖਾ ਦੇ ਉੱਪਰ ਸੁੱਟ ਦਿੱਤੇ। ਨਾਲ ਹੀ ਆਖਿਆ, ਜਤਰ ਆਇਆ ਤਤਰ ਗਸ਼ਤੀ, ਜਿੱਧਰੋਂ ਆਇਆ ਹੈ ਉਧਰ ਚਲੇ ਜਾ, ਤੇਰਾ ਸਾਡਾ ਅੱਜ ਤੋਂ ਬਾਅਦ ਕੋਈ ਰਿਸ਼ਤਾ ਨਹੀਂ, ਸਾਨੂੰ ਕਿਤੇ ਭੁੱਲ ਕੇ ਸੁਪਨੇ ਵਿੱਚ ਵੀ ਨਾ ਦਿਸ ਪਵੇਂ। ਇਹ ਹੈ ਦੁਨੀਆ ਦਾ ਮੋਹ ਹੈ, ਇਹ ਹੈ ਦੁਨੀਆ ਦਾ ਮਤਲਬ। ਤੇਰੇ ਨਾਲ ਮਤਲਬ ਸੀ ਤੇ ਤੂੰ ਘੰਟਾ ਲੇਟ ਆਉਂਦਾ ਸੀ ਘਰ, ਤੇ ਤੈਨੂੰ ਫੋਨ ਕਰਕੇ ਪੁੱਛਦੇ ਸੀ ਵੀ ਕਿੱਥੇ ਆ, ਪਹੁੰਚਿਆ ਕਿਉਂ ਨਹੀਂ। ਮਤਲਬ ਤੇਰੇ ਨਾਲ ਨਹੀਂ ਹੈ। ਜਿਹੜੇ ਤੇਰੀ ਕੁੜਤੇ ਨੂੰ ਜੇਬ ਲੱਗੀ ਹੈ ਨਾ, ਉਹ ਜੇਬ ਦੇ ਵਿੱਚ ਜੋ ਤੂੰ ਪਾਇਆ ਹੈ ਨਾ, ਮਤਲਬ ਉਹਦੇ ਨਾਲ ਹੈ। ਤੂੰ ਘਰੇ ਆਵੇਂਗਾ ਤੇ ਕੁੜਤਾ ਤਾਂ ਹੀ ਘਰੇ ਆਵੇਗਾ ਨਾ, ਕੁੜਤਾ ਆਵੇਗਾ ਤੇ ਜੇਬ ਤੇ ਤਾਂ ਹੀ ਘਰੇ ਆਵੇਗੀ ਨਾ। ਅਸਲ ਵਿੱਚ ਪੁੱਛਿਆ ਤਾਂ ਗਿਆ ਵੀ ਤੇਰੀ ਜੇਬ ਕਦੋਂ ਘਰੇ ਆਵੇਗੀ, ਸਾਡੀਆਂ ਲੋੜਾਂ ਜਿਹਦੇ ਨਾਲ ਪੂਰੀਆਂ ਹੋਣੀਆਂ। ਤੇ ਜਦੋਂ ਉਹ ਜੇਬ ਲੈ ਗਈ, ਫਿਰ ਤੈਨੂੰ ਕਿਸੇ ਨਹੀਂ ਪੁੱਛਿਆ, ਫਿਰ ਆਖਿਆ ਵੀ ਹੁਣ ਨਾ ਸਾਨੂੰ ਦਿਸੀ, ਮੁੜ ਜਾ ਜਿੱਧਰੋਂ ਆਇਆ। ਸਤਿਗੁਰੂ ਕਹਿਣ ਲੱਗੇ, ਦੁਨੀਆ ਦੀ ਹਾਲਤ ਐਸੀ ਹੈ, ਜਿਨ੍ਹਾਂ ਦੇ ਨਾਲ ਸਾਰੀ ਉਮਰ ਮੋਹ ਕਰਦਾ ਰਿਹਾ, ਦੌੜਦਾ ਰਿਹਾ, ਮਰਨ ਤੋਂ ਮਗਰੋਂ ਉਹ ਚੇਤੇ ਕਰਨਾ ਵੀ ਠੀਕ ਨਹੀਂ ਸਮਝਦੇ ਹਨ, ਮੋਹ ਤੋੜ ਕੇ ਪਾਸੇ ਹੋ ਜਾਂਦੇ ਹਨ। ਹੱਥ ਮਰੋੜੈ ਤਨ ਕਪੇ, ਸਿਆਹੋ ਹੁਆ ਸੇਤ। ਮਹਾਰਾਜ ਕਹਿਣ ਲੱਗੇ, ਜਵਾਨੀ ਦੇ ਵਿੱਚ ਬੰਦਾ ਨਾ ਆਪਣੇ ਸਰੀਰ ਨੂੰ ਬੜੀਆਂ ਕਲਾਬਾਜ਼ੀਆਂ ਵਿਖਾਉਂਦਾ, ਦੋਹਰਾ ਤੇਰਾ ਮੋੜ ਲੈਂਦਾ, ਪੁੱਠੀਆਂ ਸਿੱਧੀਆਂ ਛਾਲਾਂ ਮਾਰ ਲੈਂਦਾ, ਆਪਣੀ ਬਾਹ ਨੂੰ ਮਰੋੜ ਕੇ ਵਿਖਾਉਂਦਾ, ਦੂਜੇ ਦੀ ਬਾਹ ਮਰੋੜ ਕੇ ਵੱਟ ਦੇ ਕੇ ਵਿਖਾਉਂਦਾ, ਵੇਖ ਮੇਰੇ ਵਿੱਚ ਕਿੰਨਾ ਜ਼ੋਰ ਹੈ, ਮੈਂ ਫਲਾਣੇ ਬੰਦੇ ਦੀ ਬਾਹ ਮਰੋੜੀ, ਮੇਰੇ ਤੋਂ ਛੁਡਾ ਨਹੀਂ ਸਕਿਆ। ਫਲਾਣੇ ਦਾ ਮੈਂ ਗੁੱਟ ਫੜਿਆ, ਉਹ ਮੇਰੇ ਤੋਂ ਗੁੱਟ ਨਹੀਂ ਛੁਡਾ ਸਕਿਆ, ਮੇਰੇ ਵਿੱਚ ਬੜਾ ਦਮ ਹੈ, ਬੜਾ ਜ਼ੋਰ ਹੈ। ਹੱਥ ਮਰੋੜੇ, ਜਵਾਨੀ ਦੇ ਵਿੱਚ ਲੋਕਾਂ ਦੀਆਂ ਹੱਥ ਪੈਰ ਬਾਹਾਂ ਮਰੋੜ ਕੇ ਉਹਨਾਂ ਨੂੰ ਥੱਲੇ ਢੇਰੀ ਕਰ ਦਿੰਦਾ ਹੈ। ਵੇਖ ਮੇਰੀ ਕਿੰਨੀ ਤਾਕਤ ਹੈ। ਹੱਥ ਮਰੋੜੈ ਤਨ ਕਪੇ, ਕਪ ਨਾਮ ਹੈ ਬਾਂਦਰ ਦਾ, ਜਿਉਂ ਕਪ ਕੇ ਕਰ ਚੰਨਨ ਮੁਸ਼ਟਕੀ, ਲੁਬਧ ਨਾ ਤਿਆਗ ਦਿਓ। ਗੁਰਬਾਣੀ ਵਿੱਚ ਵੀ ਬਾਂਦਰ ਨੂੰ ਕਪ ਦਾ ਨਾਮ ਦਿੱਤਾ, ਕਪ ਕਹਿੰਦੇ ਬਾਂਦਰ। ਜਵਾਨੀ ਦੇ ਵਿੱਚ ਬਾਂਦਰਾਂ ਦੇ ਵਾਂਗ ਬੜੀਆਂ ਛਾਲਾਂ ਮਾਰੀਆਂ, ਪੁੱਠੀਆਂ ਸਿੱਧੀਆਂ, ਉੱਚੀਆਂ ਥੱਲੇ, ਟਿੱਬਿਆਂ ਤੇ ਚੜ੍ਹ ਗਿਆ, ਕਦੇ ਥੱਲੇ ਖੂਹਾਂ ਵਿੱਚ ਉਤਰ ਗਿਆ, ਬੜੀ ਚੰਚਲਤਾ ਹੀ ਵਿਖਾਉਂਦਾ। ਵੇਖੋ ਮੇਰਾ ਸਰੀਰ ਕਿੰਨਾ ਚੰਚਲ ਹੈ, ਕਿੰਨੀ ਫੁਰਤੀ ਹੈ, ਜਵਾਨੀ ਵਿੱਚ ਵਿਖਾਉਂਦਾ। ਤਨ ਕਪੇ ਸਿਆਹੋ, ਜਵਾਨੀ ਦੇ ਵਿੱਚ ਕਾਲਾ ਟਿੱਕਾ, ਕਾਲਾ ਦਾਗ ਨਾ ਕੱਪੜੇ ਤੇ ਲੱਗਣ ਦਿੰਦਾ, ਨਾ ਚਿਹਰੇ ਤੇ ਲੱਗਣ ਦਿੰਦਾ। ਮੈਂ ਤੇ ਭੈੜਾ ਲੱਗਾਂਗਾ, ਦਾਗ ਨਹੀਂ ਲੱਗਣਾ ਚਾਹੀਦਾ। ਤੇ ਹੋਆ ਸੇਤ, ਚਿੱਟਾ ਬਣ ਕੇ, ਸਵੇਤ ਨਾਮ ਚਿੱਟੇ ਦਾ, ਚਿੱਟਾ ਬਣ ਕੇ, ਗੋਰਾ ਬਣ ਕੇ ਵਿਖਾਉਂਦਾ। ਕਰੀਮ ਲਾ ਲਈ ਹੈ, ਪਾਊਡਰ ਲਾ ਲਿਆ, ਦੁਕਾਨ ਤੇ ਚਲਾ ਗਿਆ, ਬਾਜ਼ਾਰ ਵਿੱਚ ਚਲਾ ਗਿਆ, ਕਈ ਇੱਥੋਂ ਤੱਕ ਪਹੁੰਚ ਗਿਆ ਵੀ ਡਾਕਟਰ ਕੋਲ ਵੀ ਚਲੇ ਗਏ ਵੀ ਸਾਡੀ ਸਰਜਰੀ ਕਰ ਦੇ, ਆਪਰੇਸ਼ਨ ਕਰ ਦੇ, ਸਾਡੇ ਭੈੜੇ ਟੁੱਟੇ ਅੰਗ ਸਿੱਧੇ ਕਰ ਦੇ, ਨੈਣ ਨਕਸ਼ ਤਿੱਖੇ ਬਣਾ ਦੇ, ਰੰਗ ਸਾਡਾ ਗੋਰਾ ਚਿੱਟਾ ਕਰ ਦੇ। ਅਸੀਂ ਦੁਨੀਆ ਨੂੰ ਸੋਹਣਾ ਲੱਗੀਏ, ਆਪਣੇ ਆਪ ਨੂੰ ਦੁਨੀਆ ਵਿੱਚ ਸੋਹਣਾ ਬਣ ਕੇ ਵਿਖਾਉਂਦਾ ਹੈ। ਇਹ ਜਵਾਨੀ ਦੀ ਹਾਲਤ ਹੈ। ਜਵਾਨੀ ਵਿੱਚ ਇਸ ਤਰ੍ਹਾਂ ਬੰਦਾ ਕਰਦਾ, ਪਰ ਜਦੋਂ ਬੰਦੇ ਤੇ ਬੁਢੇਪਾ ਆ ਜਾਂਦਾ, ਉਹ ਜਵਾਨੀ ਵਾਲੀ ਗੱਲ ਭੁੱਲ ਜਾਂਦਾ। ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਹਨ। ਹੱਥ ਮਰੋੜੈ ਤਨ ਕਪੇ, ਸਿਆਹੋ ਹੁਆ ਸੇਤ। ਜਦੋਂ ਬੁੱਢਾ ਹੋ ਜਾਂਦਾ, ਉਦੋਂ ਹੱਥ ਪੈਰ ਆਪੇ ਹੀ ਮੁੜ ਗਏ, ਉਂਗਲਾਂ ਟੇਢੀਆਂ ਹੋ ਗਈਆਂ, ਹੱਥ ਟੇਢੇ ਹੋ ਗਏ। ਗਲਾਸ ਪਾਣੀ ਦਾ ਫੜਦਾ, ਉਹ ਵੀ ਹੱਥ ਕੰਬ ਕੰਬ ਕੇ ਅੱਧਾ ਪਾਣੀ ਡੁੱਲ ਜਾਂਦਾ। ਬੁਰਕੀ ਰੋਟੀ ਦੀ ਮੂੰਹ ਵਿੱਚ ਪਾਉਂਦਾ, ਮੂੰਹ ਤੱਕ ਪਹੁੰਚਦੀ ਨਹੀਂ, ਸਬਜ਼ੀ ਬੁਰਕੀ ਤੋਂ ਪਹਿਲਾਂ ਥੱਲੇ ਡਿੱਗ ਪੈਂਦੀ ਹੈ, ਰੁੱਖੀ ਬੁਰਕੀ ਮੂੰਹ 'ਚ ਜਾਂਦੀ ਹੈ। ਜਵਾਨੀ ਦੇ ਵਿੱਚ ਲੋਕਾਂ ਦੇ ਹੱਥ ਮਰੋੜ ਕੇ ਤਾਕਤ ਵਿਖਾਉਂਦਾ ਸੀ, ਬੁਢੇਪੇ ਦੇ ਵਿੱਚ ਹੱਥ ਤੇ ਸਿਰ ਤੇ ਸਰੀਰ ਸਾਰਾ ਹੀ ਕੰਬਦਾ ਪਿਆ, ਕੁਝ ਵੀ ਸਰੀਰ ਦਾ ਹਿੱਸਾ ਕੰਮ ਨਹੀਂ ਕਰਦਾ ਪਿਆ। ਬੁਢੇਪਾ ਐਸੀ ਹਾਲਤ ਬਣਾ ਗਿਆ। ਮਹਾਰਾਜ ਕਹਿਣ ਲੱਗੇ, ਬਚਨ ਇਹ ਹੈ, ਹੱਥ ਮਰੋੜੈ। ਜਵਾਨੀ ਦੇ ਵਿੱਚ ਦੂਜਿਆਂ ਦੇ ਹੱਥ ਮਰੋੜਦਾ, ਬੁਢੇਪੇ ਵਿੱਚ ਰੱਬ ਨੇ ਆਂਗੀ ਹੱਥ ਹੀ ਇੰਨੇ ਢਿੱਲੇ ਕਰ ਦਿੱਤੇ, ਆਪਣੇ ਆਪ ਹੀ ਮੁੜ ਗਿਆ, ਵਿੰਗੇ ਟਿੰਗੇ ਹੋ ਗਏ। ਤਨ ਕਪੇ, ਸਰੀਰ ਸਾਰਾ ਕੰਬਣ ਲੱਗ ਪਿਆ, ਕੰਬਣ ਲੱਗੀ ਦੇ। ਮਹਾਰਾਜ ਦਾ ਬਚਨ ਵੀ ਹੈ ਨਾ, ਨੈਨੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧਵਾਨੀ, ਰੂਦਾ ਸ਼ਬਦ ਕੰਠ ਨਹੀਂ, ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪੁਰਾਨੀ। ਸਿਰ ਆਪਣੇ ਆਪ ਹੀ ਹਿਲਦਾ ਪਿਆ, ਨਾਂਹ ਦੇ ਵਿੱਚ ਸਿਰ ਹਿੱਲੀ ਜਾਂਦਾ, ਨਹੀਂ ਹੈ, ਨਹੀਂ ਹੈ, ਨਹੀਂ ਹੈ ਕੁਝ ਸੰਸਾਰ ਵਿੱਚ। ਦੁਨੀਆ ਨੂੰ ਦੱਸਦਾ ਹੈ,
ਪਰ ਦੁਨੀਆ ਸਮਝਦੀ ਨਹੀਂ ਹੈ। ਸਿਆਹੋ ਹੁਆ ਸੇਤ, ਜਿਹੜਾ ਗੋਰਾ ਚਿੱਟਾ ਰੰਗ ਸੀ ਨਾ ਜਵਾਨੀ ਦੇ ਵਿੱਚ, ਲਾਲ ਚਿਹਰਾ, ਬੁਢੇਪੇ ਦੇ ਵਿੱਚ ਉਹ ਚਿਹਰਾ ਕਮਜ਼ੋਰ ਹੋ ਗਿਆ, ਕਾਲਾ ਹੋ ਗਿਆ, ਉਹ ਸ਼ੋਭਾ ਨਹੀਂ ਰਹਿ ਗਈ, ਉਹ ਰੰਗਤ ਰਹਿ ਨਹੀਂ ਗਈ ਹੈ। ਬੁਢੇਪਾ ਇਸ ਤਰ੍ਹਾਂ ਦਾ ਹੈ, ਬਜ਼ੁਰਗੀ ਇਸ ਤਰ੍ਹਾਂ ਦੀ ਹੈ ਕਿ ਸਰੀਰ ਦੀ ਉਹ ਪਹਿਲਾਂ ਵਾਲੀ ਰੌਣਕ ਨਹੀਂ ਹੈ। ਜਿਹਾ ਬੀਜੈ ਸੋਲਣਾ ਕਰਮਾ ਸੰਧੜਾ ਖੇਤ। ਮਹਾਰਾਜ ਕਹਿਣ ਲੱਗੇ, ਜਿਸ ਤਰ੍ਹਾਂ ਦਾ ਤੂੰ ਬੀਜਦਾ ਹੈ, ਜਿਸ ਤਰ੍ਹਾਂ ਦਾ ਬੀ ਆਪਾਂ ਪਾਵਾਂਗੇ ਨਾ ਆਪਣੇ ਖੇਤ ਵਿੱਚ ਜਾ ਕੇ, ਜ਼ਮੀਨ ਦੇ ਵਿੱਚ, ਉਥੋਂ ਫਲ ਉਹੋ ਜਿਹਾ ਹੀ ਉੱਗੇਗਾ ਜਿਹੜਾ ਅਸੀਂ ਬੀ ਪਾਇਆ ਹੈ। ਜੇ ਬੀ ਅਸੀਂ ਇੱਕ ਪਾਇਆ ਤੇ ਉਹ ਕਈ ਹਿੱਸੇ ਵੱਧ ਕੇ ਸਾਨੂੰ ਫਲ ਮਿਲੇਗਾ। ਮੰਨ ਲਓ ਕਿ ਸੇਬ ਦਾ ਇੱਕ ਬੀ ਬੀਜਿਆ ਹੈ, ਉਹ ਤੋਂ ਰੁੱਖ ਬਣੇਗਾ, ਉਹ ਰੁੱਖ ਨੂੰ ਕਿੰਨੇ ਸੇਬ ਲੱਗਣਗੇ, ਸਾਨੂੰ ਕਈ ਗੁਣਾ ਵੱਧ ਕੇ ਉਹ ਫਲ ਮਿਲਿਆ। ਇਸੇ ਤਰ੍ਹਾਂ ਹੀ ਸਾਡਾ ਸਰੀਰ ਵੀ ਧਰਤੀ ਹੈ, ਇਹਦੇ ਵਿੱਚ ਜਿਸ ਤਰ੍ਹਾਂ ਦਾ ਬੀ ਪਾਵੇਂਗਾ ਫਲ ਤੈਨੂੰ ਉਸੇ ਤਰ੍ਹਾਂ ਦੇ ਮਿਲੇਗਾ, ਕਈ ਗੁਣਾ ਵੱਧ ਕੇ ਮਿਲੇਗਾ। ਇੱਕ ਸਾਖੀ ਆਉਂਦੀ ਹੈ ਤ੍ਰੇਤੇ ਯੁੱਗ ਦੇ ਵਿੱਚ, ਕਹਿਣ ਲੱਗੇ ਇੱਕ ਰਾਜਾ ਆਪਣੇ ਘੋੜਿਆਂ ਦੀ ਗਿਣਤੀ ਕਰਦਾ ਪਿਆ, ਤਬੇਲੇ ਵਿੱਚ ਜਾ ਕੇ ਆਪਣੇ ਨੌਕਰਾਂ ਨੂੰ ਕਹਿੰਦਾ, ਮੈਨੂੰ ਘੋੜਿਆਂ ਦੀ ਗਿਣਤੀ ਕਰਾਓ, ਮੇਰੇ ਤਬੇਲੇ ਵਿੱਚ ਕਿੰਨੇ ਘੋੜੇ ਨੇ। ਤੇ ਜਿਹੜੇ ਘੋੜਿਆਂ ਨੂੰ ਸਾਂਭਣ ਵਾਲੇ ਨੇ ਉਹ ਗਿਣਤੀ ਕਰਾਉਂਦੇ ਪਏ, ਇਸ ਤਬੇਲੇ ਵਿੱਚ 100 ਘੋੜਾ, ਉਹਦੇ ਵਿੱਚ 500, ਉਹਦੇ ਵਿੱਚ ਫਲਾਣੀ ਨਸਲ ਦਾ ਘੋੜਾ, ਇਸ ਨਸਲ ਦੇ ਘੋੜੇ ਗਿਣਤੀ ਕਰਾਉਂਦਾ ਪਿਆ। ਇੰਨੇ ਚਿਰ ਨੂੰ ਇੱਕ ਸਾਧੂ ਲੰਘਿਆ ਜਾਂਦਾ ਤੇ ਉਹਨੇ ਵੇਖਿਆ ਵੀ ਉਹ ਸਾਹਮਣੇ ਤਬੇਲੇ ਵਿੱਚ ਰਾਜਾ ਖਲੋਤਾ ਹੈ। ਹੁਣ ਰਾਜੇ ਕੋਲੋਂ ਕਿਉਂ ਨਾ ਕੋਈ ਖੈਰ ਮੰਗ ਲਵਾਂ, ਕਿਉਂਕਿ ਜੇਵੜ ਆਪ ਤੇਵੜ ਤੇਰੀ ਦਾਤ। ਬੰਦਾ ਜਿੱਡਾ ਵੱਡਾ ਹੁੰਦਾ ਉਹਦਾ ਦਾਨ ਵੀ ਓਨਾ ਹੀ ਵੱਡਾ ਹੁੰਦਾ। ਜਿਹਦੇ ਕੋਲ ਬਹੁਤੀ ਮਾਇਆ ਉਹਦਾ ਦਾਨ ਵੱਡਾ ਲੱਖਾਂ 'ਚ ਹੋਵੇਗਾ, ਜਿਹਦੇ ਕੋਲ ਘੱਟ ਹੈ ਉਹਦਾ 1000 ਵਿੱਚ 100 ਦੇ ਵਿੱਚ, ਫਿਰ ਸਿੱਕਿਆਂ ਦੇ ਵਿੱਚ ਵੀ ਦਾਨ ਮਿਲਦਾ, ਕੋਈ 2-4 ਸਿੱਕੇ ਵੀ ਦਾਨ ਦਿੰਦਾ। ਹੁਣ ਸਾਧੂ ਲੰਘਿਆ ਜਾਂਦਾ, ਉਹਨੇ ਵੇਖਿਆ ਵੀ ਰਾਜਾ ਹੈ, ਰਾਜੇ ਤੋਂ ਦਾਨ ਮੰਗਾਂਗਾ ਤੇ ਇਹ ਤੇ ਵੱਡਾ ਹੀ ਦਾਨ ਦੇਵੇਗਾ ਨਾ। ਜਾ ਕੇ ਸਾਧੂ ਨੇ ਰਾਜੇ ਨੂੰ ਆਖਿਆ, ਕਹਿਣ ਲੱਗਾ, ਰਾਜਨ ਦਾਨ ਦੇ। ਰਾਜਾ ਕਿਸੇ ਗੱਲੋਂ ਗੁੱਸੇ ਵਿੱਚ ਸੀ, ਉਹਨੇ ਪਹਿਲਾਂ ਤੇ ਮੱਥੇ ਤੇ ਵੱਟ ਪਾ ਕੇ ਸਾਧੂ ਵੱਲ ਵੇਖਿਆ, ਇਹਨੂੰ ਇਹ ਨਹੀਂ ਪਤਾ ਵੀ ਮੈਂ ਖਲੋਤਾ ਕਿੱਥੇ ਆ, ਮੈਂ ਕਿਹੜਾ ਖਜ਼ਾਨੇ ਦੇ ਉੱਪਰ ਬੈਠਾ। ਗੁੱਸੇ ਵਿੱਚ ਉਹਨੇ ਆ ਕੇ ਟੀਚਰ ਕੀਤੀ, ਮਖੌਲ ਕੀਤਾ, ਕਹਿਣ ਲੱਗਾ, ਇਸ ਵੇਲੇ ਤੇ ਮੈਂ ਘੋੜਿਆਂ ਦੇ ਤਬੇਲੇ ਵਿੱਚ ਖਲੋਤਾ ਹਾਂ, ਘੋੜਿਆਂ ਦੀ ਲਿੱਦ ਤੋਂ ਬਿਨਾਂ ਮੇਰੇ ਕੋਲ ਕੋਈ ਦਾਨ ਨਹੀਂ ਹੈ, ਜੇ ਤੂੰ ਕਵੇਂ ਤੇ ਘੋੜਿਆਂ ਦੀ ਲਿੱਦ ਦਾਨ ਕਰਾਂ। ਨਾਲੇ ਮਸ਼ਕਰੀ ਕੀਤੀ, ਮਖੌਲ ਕੀਤਾ। ਉਹ ਸਾਧੂ ਪੁੱਜਿਆ ਹੋਇਆ, ਉਹਨੇ ਆਪਣੇ ਚੋਲੇ ਦੀਆਂ ਦੋਨੇ ਕੰਨੀਆਂ ਫੜ ਕੇ ਝੋਲੀ ਬਣਾ ਲਈ, ਕਹਿਣ ਲੱਗਾ, ਤੂੰ ਜੋ ਦਾਨ ਕਰਨਾ ਕਰ ਦੇ, ਮਰਜ਼ੀ ਨਾਲ ਦਾਨ ਕਰ ਜੋ ਤੂੰ ਕਰਨਾ। ਰਾਜੇ ਨੂੰ ਸਮਝ ਨਹੀਂ ਆਈ ਹੈ, ਲਿੱਦ ਦਾ ਬੁੱਕ ਭਰਿਆ, ਘੋੜਿਆਂ ਦੀ ਲਿੱਦ ਵਿੱਚੋਂ ਬੜੀ ਮੁਸ਼ਕ ਆਉਂਦੀ ਹੈ, ਬੜੀ ਬਦਬੂ ਆਉਂਦੀ ਹੈ। ਲਿੱਦ ਦਾ ਬੁੱਕ ਭਰਿਆ ਤੇ ਸਾਧੂ ਦੀ ਝੋਲੀ ਵਿੱਚ ਪਾਇਆ। ਸਾਧੂ ਨੇ ਲਿੱਦ ਦਾ ਬੁੱਕ ਝੋਲੀ ਵਿੱਚ ਪਵਾਇਆ ਤੇ ਨਾਲ ਹੀ ਆਖਿਆ, ਰਾਜਾ ਤੇਰਾ ਦਿੱਤਾ ਦਾਨ ਵਧੇ। ਦਾਨ ਲੈ ਕੇ, ਲਿੱਦ ਲੈ ਕੇ ਆਪਣੇ ਆਸ਼ਰਮ ਦੇ ਵਿੱਚ ਚਲਾ ਗਿਆ, ਕੁਟੀਆ ਵਿੱਚ ਚਲੇ ਗਿਆ। ਲਿੱਦ ਵਾਲਾ ਬੁੱਕ ਬਾਹਰ ਸੁੱਟ ਦਿੱਤਾ ਕੁਟੀਆ ਦੇ, ਆਪ ਬੈਠ ਗਿਆ ਤਪ ਕਰਨ ਵਾਸਤੇ। ਕੋਈ 5-10 ਸਾਲ ਲੰਘ ਗਏ। ਇੱਕ ਦਿਨ ਉਹੀ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਉਸੇ ਸਾਧੂ ਦੀ ਕੁਟੀਆ ਦੇ ਬਾਰ-ਬਾਰ ਲਿੱਦ ਦਾ ਢੇਰ ਲੱਗਿਆ ਵੇਖ ਕੇ ਹੈਰਾਨ ਹੋ ਗਿਆ। ਰਾਜੇ ਨੇ ਸੋਚਿਆ ਵੀ ਸਾਧੂ ਨੇ ਘੋੜਾ ਤੇ ਰੱਖਿਆ ਕੋਈ ਨਹੀਂ, ਲਿੱਦ ਕਿੱਥੋਂ ਆ ਗਈ ਹੈ। ਪੁੱਛ ਹੀ ਲਿਆ, ਕਹਿਣ ਲੱਗੇ ਵੀ ਸਾਧੂ ਮਹਾਤਮਾ, ਘੋੜਾ ਤੁਹਾਡੇ ਕੋਲ ਹੈ ਕੋਈ ਨਹੀਂ, ਲਿੱਦ ਦਾ ਢੇਰ ਤੁਸੀਂ ਬਾਹਰ ਲਾਇਆ, ਲਿੱਦ ਕਿੱਥੋਂ ਆਈ ਹੈ। ਰਾਜੇ ਨੂੰ ਬਚਨ ਚੇਤੇ ਕਰਵਾਇਆ ਸਾਧੂ ਨੇ। ਸਾਧੂ ਕਹਿਣ ਲੱਗਾ, ਰਾਜਨ ਤੂੰ ਹੀ ਮੈਨੂੰ ਲਿੱਦ ਦਾ ਬੁੱਕ ਦਿੱਤਾ ਸੀ ਤੇ ਮੈਂ ਆਖਿਆ ਸੀ ਦਾਨ ਵਧੇ, ਇਹ ਤੇਰਾ ਉਹ ਦਾਨ ਵਧਿਆ ਪਿਆ ਤੇ ਢੇਰ ਲੱਗਾ ਪਿਆ ਹੈ। ਬੜਾ ਹੈਰਾਨ ਹੋਇਆ, ਬੜਾ ਪਛਤਾਇਆ। ਉਹ ਕਿਹੜਾ ਸਮਾਂ ਸੀ ਜਦੋਂ ਮੈਂ ਮਾੜਾ ਕੰਮ ਕਰ ਬੈਠਾ। ਪੁੱਛਿਆ, ਸਾਧੂ ਜੀ ਮੈਂ ਗ੍ਰੰਥਾਂ ਵਿੱਚ ਇਹ ਗੱਲ ਪੜ੍ਹੀ ਹੈ ਤੇ ਸਿਆਣਿਆਂ ਤੋਂ ਗੱਲ ਸੁਣੀ ਵੀ ਹੈ ਵੀ ਜਿਹੜਾ ਦਾਨ ਕਰੀਏ ਉਹ ਖਾਣਾ ਪੈਂਦਾ। ਸਾਧੂ ਕਹਿੰਦਾ, ਬਿਲਕੁਲ ਸਹੀ ਗੱਲ ਹੈ, ਖਾਣਾ ਹੀ ਪਵੇਗਾ। ਅੱਖਾਂ ਵਿੱਚ ਪਾਣੀ ਆ ਗਿਆ, ਰੋਬ ਆਕੜ ਤੇ ਹੰਕਾਰ ਸਭ ਕੁਝ ਚਲੇ ਗਿਆ। ਮੈਂ ਇੰਨੀਆਂ ਤਰ੍ਹਾਂ ਦੀਆਂ ਸਬਜ਼ੀਆਂ, ਪ੍ਰਸ਼ਾਦੇ, ਭੋਜਨ ਛਕਣ ਵਾਲਾ, ਮੈਂ ਲਿੱਦ ਖਾਵਾਂਗਾ। ਸਾਧੂ ਦੇ ਪੈਰ ਫੜ ਲੈ, ਮਾਫ ਕਰ ਦੇ ਮੈਨੂੰ, ਪਰ ਇਹ ਲਿੱਦ ਤੋਂ ਬਚਾ ਲਾ ਮੈਨੂੰ। ਸਾਧੂ ਨੇ ਆਖਿਆ ਵੀ ਤੂੰ ਤੇ ਕਰਮ ਦਿੱਤਾ ਕਰ, ਪਰ ਫਿਰ ਵੀ ਤੂੰ ਸ਼ਰਨ ਵਿੱਚ ਆਇਆ, ਮੈਂ ਤੇਰਾ ਭਲਾ ਕਰਨ ਦੀ ਕੋਸ਼ਿਸ਼ ਕਰਾਂਗਾ
ਤੇਰਾ ਭਲਾ ਤਾਂ ਹੋਣਾ ਹੈ ਲੋਕਾਂ ਕੋਲੋਂ ਆਪਣੀ ਨਿੰਦਿਆ ਕਰਵਾ ਜਿੰਨੀ ਕਰਵਾ ਸਕਦਾ। ਜਿੰਨਾ ਲੋਕ ਤੈਨੂੰ ਮਾੜਾ ਕਹਿਣਗੇ ਨਾ, ਤੇਰੀ ਨਿੰਦਿਆ ਕਰਨਗੇ, ਉਹਨਾਂ ਇਹ ਲਿੱਦ ਦਾ ਬੁੱਕ ਘਟ ਜਾਏਗਾ, ਲਿੱਦ ਘਟ ਜਾਏਗੀ, ਲੋਕਾਂ ਵਿੱਚ ਵੰਡੀ ਜਾਏਗੀ। ਜਿਹੜੇ ਜਿਹੜੇ ਨਿੰਦਿਆ ਕਰਨਗੇ ਉਹਨਾਂ ਨੂੰ ਹਿੱਸਾ ਮਿਲੇਗਾ। ਰਾਜੇ ਨੇ ਸ਼ਹਿਰ ਵਿੱਚ ਆ ਕੇ ਢੰਡੋਰਾ ਪਿਟਵਾਇਆ, ਐਲਾਨ ਕਰ ਦਿੱਤਾ, ਲੋਕ ਨਿੰਦਿਆ ਕਰਦੇ ਪਏ, ਲਿੱਦ ਮੁੱਕਦੀ ਗਈ। ਪਰ ਇੱਕ ਬੁੱਕ ਜਿਹੜਾ ਮੂਲ ਦਿੱਤਾ ਸੀ ਨਾ, ਮੂਲ ਧਨ ਜਿਹੜਾ ਮੂਲ ਦਿੱਤਾ ਸੀ ਬੁੱਕ, ਉਹ ਪਿਆ ਹੋਇਆ। ਦੁਬਾਰਾ ਫਿਰ ਗਿਆ, ਕਹਿਣ ਲੱਗਾ ਮਹਾਤਮਾ ਜੀ ਇਹ ਬੁੱਕ ਕਿਉਂ ਨਹੀਂ ਖਤਮ ਹੋਇਆ? ਉਹ ਕਹਿਣ ਲੱਗੇ ਉਹ ਤੇ ਵਿਆਜ ਲੱਗੀ ਸੀ, ਵਿਆਜ ਤੇ ਲੋਕਾਂ ਨੇ ਛਕ ਲਈ ਆ, ਹੁਣ ਮੂਲ ਤੇ ਤੈਨੂੰ ਖਾਣਾ ਪੈਣਾ। ਮਹਾਰਾਜ ਮੈਨੂੰ ਮੂਲ ਤੋਂ ਵੀ ਬਚਾਓ। ਕਹਿਣ ਲੱਗੇ ਮੂਲ ਤੋਂ ਤਾਂ ਬਚੇਗਾ, ਕੋਈ ਪੂਰਨ ਮਹਾਤਮਾ, ਕੋਈ ਬ੍ਰਹਮ ਗਿਆਨੀ, ਕੋਈ ਸੰਤ, ਕੋਈ ਨਾਮ ਜਪਣ ਵਾਲਾ, ਕੋਈ ਬੰਦਗੀ ਕਰਨ ਵਾਲੀ ਰੂਹ ਤੇਰੀ ਨਿੰਦਿਆ ਕਰੇ, ਫਿਰ ਇਹ ਬੁੱਕ ਖਤਮ ਹੋਏਗਾ। ਕਹਿਣ ਲੱਗਾ ਚਲੋ ਇਹ ਵੀ ਕਰਦਾ ਹਾਂ। ਕਿਸੇ ਪੂਰਨ ਮਹਾਤਮਾ ਦੇ ਕੋਲ ਜਾ ਕੇ ਨਾ ਆਪ ਹੀ ਬੈਠ ਗਿਆ ਭੇਸ ਬਦਲਾ ਕੇ, 2-4 ਬਚਨ ਆਪਣੀ ਨਿੰਦਿਆ ਦੇ ਆਪੇ ਹੀ ਕੀਤੇ। ਵੇਖੋ ਜੀ ਆਪਣਾ ਰਾਜਾ ਬੜਾ ਮਾੜਾ, ਉਹ ਬੜਾ ਨਿਕੰਮਾ, ਉਹਦਾ ਰਾਜ ਚੰਗਾ ਨਹੀਂ, ਉਹਦਾ ਇਹ ਚੰਗਾ ਨਹੀਂ, ਉਹ ਚੰਗਾ ਨਹੀਂ। ਭਾਵ ਇਹ ਆ ਵੀ 2-4 ਨਿੰਦਿਆ ਦੀਆਂ ਗੱਲਾਂ ਕਰਾਂਗਾ ਤੇ ਇਹ ਸਾਧੂ ਵੀ ਅੱਗੋਂ ਨਿੰਦਿਆ ਕਰੇਗਾ। ਉਹ ਸਾਧੂ ਸੁਣ ਕੇ ਹੱਸ ਪਿਆ, ਕਹਿਣ ਲੱਗੇ ਰਾਜਨ ਲਿੱਦ ਦਾ ਬੁੱਕ ਦਾਨ ਤੂੰ ਕਰੇ ਤੇ ਖਾਵਾਂ ਮੈਂ, ਮੈਨੂੰ ਖਵਾਉਣ ਆ ਗਿਆ? ਇਵੇਂ ਨਹੀਂ ਗੱਲ ਬਣੇਗੀ, ਇਹ ਤੈਨੂੰ ਖਾਣਾ ਪੈਣਾ ਹੈ। ਫਿਰ ਉਸ ਮਹਾਤਮਾ ਨੂੰ ਆਖਿਆ, ਕਹਿਣ ਲੱਗਾ ਜੀ ਖਾਣਾ ਤੇ ਪੈਣਾ, ਹੁਣ ਤਰੀਕਾ ਦੱਸੋ ਵੀ ਖਾਵਾਂ ਕਿਵੇਂ? ਕਹਿਣ ਲੱਗੇ ਜਿਵੇਂ ਸਬਜ਼ੀ ਵਿੱਚ ਨਮਕ ਪਾਈਦਾ ਨਾ, ਰੋਜ਼ ਇੰਨੀ ਕੁ ਲਿੱਦ ਆਪਣੇ ਭੋਜਨ ਵਿੱਚ ਪਾ ਲਿਆ ਕਰ, ਮਹਿਸੂਸ ਵੀ ਨਹੀਂ ਹੋਏਗਾ ਤੇ ਖਾਧੀ ਵੀ ਜਾਏਗੀ। ਇਸੇ ਤਰ੍ਹਾਂ ਖਾਣੀ ਪਈ। ਇਹ ਕੋਈ ਗੱਲ ਅਤ ਕਥਨੀ ਨਹੀਂ ਹੈ, ਆਪਣੇ ਕੋਲੋਂ ਨਹੀਂ ਬਣਾਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਹ ਲਿਖਿਆ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਾਤਸ਼ਾਹ ਕਹਿਣ ਲੱਗੇ ਅਜੈ ਸਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਸਤਿ ਸ੍ਰੀ ਅਕਾਲ। ਆਪਾਂ ਇਹ ਸ਼ਬਦ ਪੜ੍ਹਦੇ ਆ ਨਾ, ਬਾਲੀ ਰੋਵੈ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ। ਜਦੋਂ ਆਪਾਂ ਇਹ ਸ਼ਬਦ ਪੜ੍ਹਦੇ ਆ ਨਾ, ਨਾਨਕ ਦੁਖੀਆ ਸਭ ਸੰਸਾਰ, ਇਸੇ ਸ਼ਬਦ ਵਿੱਚ ਇਹ ਪੰਕਤੀ ਮਹਾਰਾਜ ਨੇ ਲਿਖੀ ਹੈ। ਕਹਿਣ ਲੱਗੇ ਉਹ ਬੰਦਿਆ, ਇੱਥੇ ਤੇ ਦੁਨੀਆ ਦੇ ਰਾਜੇ ਅਜੈ ਰਾਜੇ ਵਰਗੇ ਜਿਹੜੇ ਪਾਂਡਵਾਂ ਦੀ ਕੁਲ ਵਿੱਚੋਂ ਸਨ, ਜਿਨ੍ਹਾਂ ਵਿੱਚ ਬੜੀ ਬੜੀ ਤਾਕਤ ਸੀ, ਐਸੇ ਰਾਜੇ ਵੀ ਦੁਨੀਆ ਵਿੱਚ ਲਿੱਦ ਖਾ ਕੇ ਤੇ ਰੋਂਦੇ ਦੁਨੀਆ ਨੇ ਵੇਖੇ। ਅਜੈ ਸਰੋਵੈ ਭਿਖਿਆ ਖਾਏ, ਐਸੀ ਦਰਗਹਿ ਮਿਲੈ ਸਜਾਏ। ਇਹ ਰੱਬ ਦਾ ਨਿਆਂ ਹੈ। ਮਹਾਰਾਜ ਕਹਿਣ ਲੱਗੇ ਜੈਸਾ ਬੀਜੈ, ਜਿਵੇਂ ਦਾ ਅੱਜ ਬੀਜੇਗਾ। ਰਾਜੇ ਨੇ ਬੀਜਿਆ, ਆਪ ਬੀਜਿਆ, ਉਹਨੇ ਆਪ ਲਿੱਦ ਦਾਨ ਦਿੱਤੀ ਹੈ। ਤੇ ਪਾਤਸ਼ਾਹ ਕਹਿੰਦੇ ਸੋ ਲੁਣੈ, ਉਹਨੂੰ ਫਿਰ ਵੱਢਣਾ ਪਿਆ, ਉਹ ਲਿੱਦ ਖਾਣੀ ਪਈ ਹੈ। ਕਰਮਾ ਸੰਦੜਾ ਖੇਤ, ਇਹ ਸਰੀਰ ਤੇਰੇ ਕਰਮਾਂ ਦੀ ਧਰਤੀ ਹੈ, ਜਿਵੇਂ ਦਾ ਬੀ ਪਾਇਆ ਉਵੇਂ ਦਾ ਵੱਢੇਗਾ। ਪਾਪ ਕੀਤਾ ਕਿ ਪੁੰਨ ਕੀਤਾ, ਵੰਡਿਆ ਕਿ ਖੋਇਆ, ਦਿੱਤਾ ਕਿ ਲਿਆ ਹੈ, ਜਿਵੇਂ ਦਾ ਵੀ ਕੰਮ ਕੀਤਾ ਹੈ ਉਹਦਾ ਫਲ ਤੈਨੂੰ ਮਿਲੇਗਾ, ਕਈ ਗੁਣਾ ਵੱਧ ਕੇ ਮਿਲੇਗਾ। ਆਪਾਂ ਭਾਦਰੋਂ ਦਾ ਮਹੀਨਾ ਤੇ ਮਨਾਉਂਦੇ ਪਏ ਹਾਂ, ਸੰਗਰਾਂਦ ਦਾ ਮਹੀਨਾ ਤੇ ਸਰਵਣ ਕਰਦੇ ਪਏ, ਪਰ ਇਸ ਮਹੀਨੇ ਵਿੱਚ ਇਹ ਬਚਨ ਮਹਾਰਾਜ ਜੀਆਂ ਦਾ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਹਦਾ ਫਲ ਵੀ ਭੋਗਣ ਵਾਸਤੇ ਤਿਆਰ ਹੋ ਜਾ। ਜੇ ਦੂਜੇ ਦੇ ਅੱਗੇ ਕੰਡਾ ਬੀਜਿਆ ਨਾ, ਕੰਡਾ ਆਪਣੇ ਹੱਥ ਵਿੱਚ ਕੰਡਾ ਕੱਢਣ ਵਾਲੀ ਸੂਈ ਪਹਿਲਾਂ ਹੀ ਫੜ ਲਾ। ਦੂਜੇ ਦੇ ਅੱਗੇ ਕੰਡਾ ਬੀਜ ਕੇ ਸੂਈ ਹੱਥ ਵਿੱਚ ਫੜ ਵੀ ਇਹ ਮੇਰੇ ਪੈਰ 'ਚ ਵੱਜਣਾ ਹੀ ਵੱਜਣਾ ਹੈ, ਮੈਂ ਉਹਦਾ ਇੰਤਜ਼ਾਮ ਪਹਿਲਾਂ ਕਰ ਲਵਾਂ। ਜਿਸ ਤਰ੍ਹਾਂ ਦੇ ਕਰਮ ਕਰਦਾ ਉਸ ਤਰ੍ਹਾਂ ਦਾ ਫਲ ਪਾਉਂਦਾ ਹੈ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੇਨਤੀ ਕਰ, ਸਤਿਗੁਰੂ ਮੈਂ ਆਪ ਜੀ ਦੀ ਸ਼ਰਨਾਗਤ ਵਿੱਚ ਆਇਆ, ਆਪ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ। ਮੈਨੂੰ ਆਪਣੇ ਚਰਨਾਂ ਦਾ ਜਿਹੜਾ ਆਸਰਾ ਦੇਣਾ ਹੈ, ਚਰਨਾਂ ਦੇ ਨਾਲ ਜੋੜ ਲਓ। ਮੈਂ ਇਹਨਾਂ ਚਰਨਾਂ ਨੂੰ ਜਹਾਜ਼ ਸਮਝ ਕੇ ਸੰਸਾਰ ਤੋਂ ਤਰ ਜਾਵਾਂਗਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜੇ ਆਪਾਂ ਆਪਣਾ ਸਰੀਰ ਲੈ ਕੇ ਪਾਣੀ ਵਿੱਚ ਵੜਾਂਗੇ ਨਾ, ਤੇ ਪਾਣੀ ਵਿੱਚ ਜ਼ਹਿਰੀਲੇ ਸੱਪ ਨੇ, ਬਿੱਛੂ ਨੇ, ਠੂਏ ਨੇ, ਕੱਛੂ ਕੁੰਮੇ ਨੇ, ਬੜੀਆਂ ਬੜੀਆਂ ਵੇਲ ਮੱਛੀਆਂ ਖਾ ਜਾਣਗੀਆਂ। ਪਰ ਜੇ ਆਪਾਂ ਬੇੜੇ ਦੇ ਉੱਪਰ ਚੜ੍ਹ ਕੇ ਫਿਰ ਜਾਵਾਂਗੇ ਤੇ ਫਿਰ ਉਹ ਪਾਣੀ ਵਾਲੇ ਜਾਨਵਰ ਬੇੜੇ ਵਿੱਚ ਬੈਠਿਆਂ ਕੁਝ ਨਹੀਂ ਕਹਿਣਗੇ।
ਇਹ ਸੰਸਾਰ ਤੋਂ ਤਰਨਾ ਆਪਣੇ ਆਪ ਤੇ ਬੜਾ ਔਖਾ ਹੈ, ਪਰ ਜਦੋਂ ਅਸੀਂ ਵਾਹਿਗੁਰੂ ਜਹਾਜ਼ ਦੇ ਉੱਪਰ ਚੜ੍ਹ ਜਾਵਾਂਗੇ ਨਾ, ਫਿਰ ਇਸ ਸੰਸਾਰ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਜਿਹੜੇ ਵਿਛੂ ਨੇ ਨਾ ਜ਼ਰੀਲੇ, ਇਹ ਸਾਡਾ ਕੁਝ ਵਿਗਾੜ ਨਹੀਂ ਸਕਣਗੇ। ਅਸੀਂ ਨਾਮ ਦੇ ਬੇੜੇ ਦੇ ਉੱਪਰ ਬੈਠ ਕੇ ਸੰਸਾਰ ਤੋਂ ਮੁਕਤ ਹੋ ਜਾਵਾਂਗੇ। ਸੇ ਭਾਦੋਏ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਭਾਦਰੋਂ ਦਾ ਮਹੀਨਾ ਗੁਰਮੁਖਾ ਇਹ ਪ੍ਰਾਪਤ ਹੋਇਆ ਹੈ। ਅੱਜ ਭਾਦਰੋਂ ਦੀ ਸੰਗਰਾਂਦ ਆਪਾਂ ਨੂੰ ਮਿਲੀ ਹੈ। ਭਾਦਰੋਂ ਦੇ ਮਹੀਨੇ ਵਿੱਚ ਉਹ ਨਰਕਾਂ ਵਿੱਚ ਨਹੀਂ ਪੈਣਗੇ। ਕਿਹੜੇ ਨਹੀਂ ਪੈਣਗੇ? ਗੁਰ ਰੱਖਣ ਵਾਲਾ ਹੇਤ, ਜਿਨ੍ਹਾਂ ਨੇ ਗੁਰੂ ਦੇ ਨਾਲ ਪਿਆਰ ਕੀਤਾ ਹੈ। ਗੁਰੂ ਉਹਨਾਂ ਦੇ ਨਾਲ ਪਿਆਰ ਕਰਦਾ ਹੈ। ਜੇ ਤੇ ਅਸੀਂ ਗੁਰੂ ਨਾਲ ਪਿਆਰ ਕਰਦੇ ਹਾਂ, ਮਨੋਂ ਵਿਖਾਵਾ ਨਹੀਂ, ਤੇ ਫਿਰ ਸਾਡਾ ਗੁਰੂ ਵੀ ਸਾਡੇ ਨਾਲ ਪਿਆਰ ਕਰਦਾ। ਭਾਈ ਜੋਗਾ ਜੀ ਗੁਰੂ ਪਾਤਸ਼ਾਹ ਦੇ ਲੰਗਰ ਵਿੱਚ ਭਾਂਡੇ ਮਾਂਜਦੇ ਪਏ, ਬਾਟਾ ਹੱਥ ਵਿੱਚ ਫੜਿਆ, ਬੜਾ ਘੁੱਟ-ਘੁੱਟ ਕੇ ਮਾਂਜਦੇ। ਲੰਗਰ ਦੇ ਭਾਂਡੇ ਤੇ ਆਪਾਂ ਵੀ ਮਾਂਜਦੇ, ਆਪਾਂ ਤੇ ਗਿਣਤੀ ਨੂੰ ਪੈ ਗਿਆ ਵੀ ਮੈਂ ਵੱਧ ਤੋਂ ਵੱਧ ਥਾਲੀਆਂ ਮਾਂਜਣੀਆਂ, ਭਾਵੇਂ ਸਬਜ਼ੀ ਵਿੱਚ ਹੀ ਲੱਗੀ ਰਹਿ ਜਾਵੇ, ਗਿਣਤੀ ਵੱਧ ਕਰਨੀ ਹੈ। ਭਾਈ ਜੋਗਾ ਭਾਂਡੇ ਮਾਂਜਦਾ, ਬੜੇ ਰਗੜ ਕੇ, ਤੇ ਮਹਾਰਾਜ ਲੰਘੇ ਜਾਂਦੇ ਵੀ ਛੋਟਾ ਜਿਹਾ ਬੱਚਾ ਤੇ ਬੜੀ ਸੇਵਾ ਕਰਦਾ ਪਿਆ ਜਜ਼ਬੇ ਦੇ ਨਾਲ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਉਹ ਬੱਚਿਆ ਭਾਂਡੇ ਬੜੇ ਘੁੱਟ ਕੇ ਮਾਂਜੇ, ਕਾਰਨ ਕੀ ਹੈ? ਛੋਟੇ ਜਿਹੇ ਬੱਚੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਮੇਰੇ ਮਾਤਾ ਪਿਤਾ ਤੇ ਬਜ਼ੁਰਗਾਂ ਨੇ ਇਹ ਗੱਲ ਸਮਝਾਈ ਹੈ, ਜਿੰਨਾ ਭਾਂਡੇ ਨੂੰ ਘੁੱਟ ਕੇ ਮਾਂਜਾਂਗੇ, ਭਾਂਡੇ ਦੀ ਮੈਲ ਉਤਾਰਾਂਗੇ, ਉਨੀ ਮੈਲ ਮਨ ਦੀ ਉਤਰਦੀ ਹੈ। ਮੈਂ ਭਾਂਡਾ ਨਹੀਂ ਮਾਂਜਦਾ ਪਿਆ, ਮੈਂ ਆਪਣਾ ਮਨ ਮਾਂਜਦਾ ਪਿਆ ਹਾਂ। ਸਤਿ ਸ੍ਰੀ ਅਕਾਲ। ਸਤਿਗੁਰੂ ਸੁਣ ਕੇ ਬਚਨ ਬੜੇ ਖੁਸ਼ ਹੋਏ। ਮਹਾਰਾਜ ਕਹਿਣ ਲੱਗੇ ਨਾਮ ਕੀ ਹੈ? ਕਹਿਣ ਲੱਗਾ ਜੀ ਮੇਰਾ ਨਾਮ ਹੈ ਜੋਗਾ। ਤੇ ਸਤਿਗੁਰੂ ਸੁਣ ਕੇ ਹੱਸ ਪਏ, ਕਹਿਣ ਲੱਗੇ ਫਿਰ ਕਿਹਦੇ ਜੋਗਾ? ਨਾਮ ਤੇ ਜੋਗਾ ਹੈ, ਪਰ ਤੂੰ ਹੈ ਕਿਹਦੇ ਜੋਗਾ? ਛੋਟੇ ਜਿਹੇ ਬੱਚੇ ਨੇ ਹੱਥ ਜੋੜ ਕੇ ਸੁਭਾਵਕ ਹੀ ਕਹਿ ਦਿੱਤਾ, ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਜੋਗਾ। ਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਬੜਾ ਚੰਗਾ ਲੱਗਾ ਮਹਾਰਾਜ ਨੂੰ। ਮਹਾਰਾਜ ਨੇ ਅੱਗੋਂ ਬਖਸ਼ਿਸ਼ ਵਾਲਾ ਬਚਨ ਕਹਿ ਦਿੱਤਾ, ਕਹਿਣ ਲੱਗੇ ਚੱਲ ਭਾਈ ਜੋਗਿਆ, ਤੂੰ ਸਾਡੇ ਜੋਗਾ, ਅਸੀਂ ਫਿਰ ਤੇਰੇ ਜੋਗੇ ਹੋਏ, ਤੇਰੀ ਰੱਖਿਆ ਕਰਾਂਗੇ। ਤੇ ਗੁਰਮੁਖੋ ਜਦੋਂ ਉਹ ਭਾਈ ਜੋਗਾ ਆਇਆ ਨਾ ਹੁਸ਼ਿਆਰਪੁਰ ਦੀ ਧਰਤੀ ਤੇ ਵੇਸਵਾ ਨੱਚਦੀ ਪਈ, ਮਨ ਵਿੱਚ ਵਿਚਾਰ ਬਣਿਆ, ਕਿਉਂ ਨਾ ਮੈਂ ਵੇਸਵਾ ਦਾ ਨਾਚ ਵੇਖ ਲਵਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਥ ਵਿੱਚ ਬਰਸ਼ਾ ਫੜ ਕੇ ਤੇ ਦਰਵਾਜ਼ੇ ਤੇ ਜਾ ਕੇ ਖੜੇ ਹੋ ਗਏ। ਪੌੜੀਆਂ ਚੜ੍ਹ ਕੇ ਜਦੋਂ ਵੇਸਵਾ ਦੇ ਦਰਵਾਜ਼ੇ ਤੇ ਗਿਆ, ਪਹਿਰੇਦਾਰ ਨੇ ਅੱਗੋਂ ਘੂਰਿਆ, ਕਹਿਣ ਲੱਗਾ ਉਹ ਵੇਖਣ ਨੂੰ ਗੁਰੂ ਕਾ ਸਿੱਖ ਲੱਗਦਾ ਹੈ। ਇਹ ਰਸਤਾ ਸਿੱਖਾਂ ਵਾਸਤੇ ਨਹੀਂ, ਇਹ ਰਸਤਾ ਨਰਕਾਂ ਨੂੰ ਜਾਣ ਵਾਸਤੇ ਹੈ। ਗੁਰੂ ਦੇ ਘਰ ਨੂੰ ਰਸਤਾ ਇਹ ਨਹੀਂ, ਉਹ ਫਲਾਣਾ ਰਸਤਾ ਜਾਂਦਾ ਜਿੱਥੇ ਅਨੰਦਪੁਰ ਸਾਹਿਬ ਤੇਰਾ ਗੁਰੂ ਬੈਠਾ ਹੋਇਆ। ਬੜੀ ਸ਼ਰਮ ਆਈ ਬਚਨ ਸੁਣ ਕੇ। ਮੈਂ ਕੀ ਕਰਨ ਲੱਗਾ ਸੀ? ਪਛਤਾਪ ਕਰਦਾ, ਆਪਣੇ ਆਪ ਨੂੰ ਲਾਹਣਤਾਂ ਪਾਉਂਦਾ, ਤੁਰ ਪਿਆ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਨੂੰ। ਚਲਦਿਆਂ ਚਲਦਿਆਂ ਜਦੋਂ ਪਹੁੰਚਾ ਅਨੰਦਪੁਰ ਸਾਹਿਬ ਦੀ ਧਰਤੀ ਤੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਦੇ ਉੱਪਰ ਬੈਠੇ ਹੋਏ, ਸੰਗਤਾਂ ਦਾ ਦੀਵਾਨ ਸਜਿਆ ਹੋਇਆ। ਮਹਾਰਾਜ ਦੇ ਨੇਤਰਾਂ ਵਿੱਚ ਨੀਂਦ ਹੈ, ਅੱਖਾਂ ਬੰਦ ਹੋ ਰਹੀਆਂ, ਝੋਕਾ ਲਾਉਂਦੇ ਪਏ ਮਹਾਰਾਜ। ਭਾਈ ਜੋਗੇ ਨੇ ਆ ਕੇ ਪੁੱਛਿਆ, ਕੀ ਗੱਲ ਮਹਾਰਾਜ ਰਾਤ ਸੁੱਤੇ ਨਹੀਂ, ਆਰਾਮ ਨਹੀਂ ਕੀਤਾ? ਆਪ ਜੀ ਦੀ ਨੇਤਰਾਂ ਦੇ ਵਿੱਚ ਨੀਂਦ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਜੋਗਿਆ ਜੇ ਰਾਤ ਅਸੀਂ ਸੌ ਜਾਂਦੇ ਤੇਰੀ ਕਿਸਮਤ ਸੌ ਜਾਣੀ ਸੀ। ਤੇਰੇ ਵਾਸਤੇ ਅਸੀਂ ਰਾਤ ਜਾਗਦੇ ਰਹੇ, ਤੂੰ ਸਾਨੂੰ ਕਿਤੇ ਵੀ ਖੜਾ ਕਰ ਲੈਂਦਾ, ਪਰ ਭਲਿਆ ਵੇਸਵਾ ਦੇ ਦਰਵਾਜ਼ੇ ਤੇ ਖੜਾ ਨਹੀਂ ਸੀ ਕਰਨਾ। ਪਰ ਤੇਰੇ ਵਾਸਤੇ ਅਸੀਂ ਉੱਥੇ ਵੀ ਖੜੇ ਹੋ ਗਏ, ਕਿਉਂਕਿ ਤੂੰ ਬਚਨ ਕੀਤਾ ਸੀ ਮਹਾਰਾਜ ਮੈਂ ਤੁਹਾਡੇ ਜੋਗਾ। ਅਸੀਂ ਆਖਿਆ ਭਾਈ ਜੋਗਿਆ ਅਸੀਂ ਤੇਰੇ ਜੋਗੇ ਹੋਏ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਐਸਾ ਹੈ ਗੁਰੂ ਭੂਲੇ ਮਾਰਗ, ਐਸਾ ਗੁਰ ਬੜ ਭਾਗੀ। ਇਸ ਤਰ੍ਹਾਂ ਦਾ ਗੁਰੂ ਹੈ ਜਿਹੜਾ ਭੁੱਲਿਆਂ ਨੂੰ ਰਸਤਾ ਵਿਖਾ ਦਿੰਦਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ, ਕਹਿਣ ਲੱਗੇ ਜਿਹੜੇ ਗੁਰੂ ਦੇ ਨਾਲ ਪ੍ਰੇਮ ਕਰਦੇ ਨੇ, ਜਿਵੇਂ ਭਾਈ ਜੋਗੇ ਨੇ ਕੀਤਾ,
ਤੇ ਗੁਰੂ ਵੀ ਉਹਨਾਂ ਨੂੰ ਪ੍ਰੇਮ ਕਰਦਾ ਹੈ, ਉਹਨਾਂ ਨੂੰ ਫਿਰ ਮਾੜੇ ਪਾਸੇ ਜਾਣ ਹੀ ਨਹੀਂ ਦਿੰਦਾ, ਤਤੀ ਵਾਹ ਨਹੀਂ ਲੱਗਣ ਦਿੰਦਾ। ਤਾਤੀ ਵਾਹ ਉਹਨਾਂ ਲੱਗੇ ਹੀ ਪਾਰ ਬ੍ਰਹਮ ਸ਼ਰਨ। ਤੇ ਜਿਹੜੇ ਗੁਰੂ ਨੂੰ ਪ੍ਰੇਮ ਨਹੀਂ ਕਰਨਗੇ ਵੀ ਅਸੀਂ ਗੁਰੂ ਤੋਂ ਕੀ ਲੈਣਾ, ਅਸੀਂ ਤੇ ਖੁਦ ਰੱਬ ਹਾਂ, ਤੇ ਫਿਰ ਗੁਰੂ ਵੀ ਉਹਨਾਂ ਦਾ ਨਹੀਂ ਕਰਦਾ, ਫਿਰ ਉਹ ਚਲੇ ਜਾਂਦੇ ਨਰਕਾਂ ਦੇ ਟੋਏ ਵਿੱਚ ਡਿੱਗਣ ਵਾਸਤੇ। ਗੁਰਮੁਖੋ, ਇਹ ਮਹਾਰਾਜ ਨੇ ਸਾਨੂੰ ਭਾਦਰੋਂ ਦਾ ਮਹੀਨਾ ਬਖਸ਼ਿਆ ਹੈ। ਮਹਾਰਾਜ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦੇ ਵਸੇ, ਤਾਂ ਕਿ ਸਾਡਾ ਭਲਾ ਹੋਵੇ, ਸਾਡਾ ਜਨਮ ਸਫਲਾ ਹੋ ਜਾਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਇਹ ਜੋ ਕਥਾ ਆਪਾਂ ਸਰਵਨ ਕਰਦੇ ਹਾਂ, ਰੋਜ਼ YouTube ਚੈਨਲ 'ਤੇ ਕਥਾ ਪਾਈ ਜਾਂਦੀ ਹੈ, ਸਵੇਰੇ ਅਤੇ ਸ਼ਾਮ। ਆਪ ਸੰਗਤਾਂ ਆਪਣੇ ਘਰਾਂ ਵਿੱਚ ਬੈਠ ਕੇ ਵੀ ਇਹ ਕਥਾ ਸਰਵਨ ਕਰ ਸਕਦੇ ਹੋ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਨਾਨਕ ਪ੍ਰਭ ਸਰਣਾਗਤੀ, ਚਰਨ ਬੋਇਤ ਪ੍ਰਭ ਦੇਤ। ਸੇ ਭਾਦੋ ਇਨ ਨਰਕ ਨ ਪਾਈਐ, ਗੁਰ ਰੱਖਣ ਵਾਲਾ ਹੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਸ਼ਾਮ ਦੇ ਦੀਵਾਨ ਦੀ ਸੰਗਤ ਪਤੀ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਵੇਰ ਤੋਂ ਹੀ ਲੈ ਕੇ ਅੰਮ੍ਰਿਤ ਵੇਲੇ ਤੋਂ ਭਾਦੋਂ ਮਹੀਨੇ ਦੀ ਸੰਗਰਾਂਦ ਦਾ ਜਿਹੜਾ ਦਿਹਾੜਾ ਹੈ ਉਹ ਮਨਾ ਰਹੇ ਹਾਂ। ਵੱਡੀ ਗਿਣਤੀ ਵਿੱਚ ਅੰਮ੍ਰਿਤ ਵੇਲੇ ਦੀ ਸੰਗਤਾਂ ਦੀ ਹਾਜ਼ਰੀ ਹੋਈ, तो सारा देश की संस्था प्राप्त हो गया है। तो उनकी बहुत बड़ी संस्था ने